ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਪੱਟੀ। ਇਸ ਪ੍ਰੋਗਰਾਮ ਵਿੱਚ ਅਸੀਂ ਹਰ ਰੋਜ਼ ਵਿਨੀਪੈਗ ਟਾਈਮ ਸ਼ਾਮੀ 7 ਵਜੇ ਔਰ ਵੈਨਕੂਵਰ ਟਾਈਮ ਸ਼ਾਮੀ 5 ਵਜੇ, ਓਨਟਾਰੀਓ ਟਾਈਮ ਸ਼ਾਮੀ 8 ਵਜੇ ਇਹ ਪ੍ਰੋਗਰਾਮ ਪੇਸ਼ ਕਰ ਰਹੇ, ਜਿਹਦੇ ਵਿੱਚ ਕਿ ਪੱਤਰਕਾਰ ਔਰ ਕ੍ਰਿਟਿਕ ਹੈਗੇ ਨੇ ਸਾਡੇ ਮਿੱਤਰ ਡਾਕਟਰ ਸੁਰਜੀਤ ਪੱਟੀ। ਉਹਨਾਂ ਦੇ ਕੋਲੋਂ ਅਸੀਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਂਦੇ ਆ, ਉਹਨਾਂ ਦਾ ਪੋਸਟਮਾਰਟਮ ਕਰਦੇ ਆ, ਉਹਨਾਂ ਦੇ ਵਿਚਾਰ ਲੈਂਦੇ ਆ। ਅੱਜ ਵੀ ਬਹੁਤ ਸਾਰੀਆਂ ਕੌਮੀ ਤੇ ਕੌਮਾਂਤਰੀ ਖਬਰਾਂ ਹੈਗੀਆਂ, ਕੌਮੀ ਤੇ ਕੌਮਾਂਤਰੀ ਘਟਨਾਵਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਚਰਚਾ ਥਾਂ ਥਾਂ ਤੇ ਹੋ ਰਹੀ ਹੈ, ਅਖਬਾਰਾਂ ਵਿੱਚ ਵੀ, ਮੀਡੀਆ ਵਿੱਚ ਵੀ, ਸੋਸ਼ਲ ਮੀਡੀਆ ਵਿੱਚ ਵੀ। ਉਹਨਾਂ ਦੇ ਉੱਤੇ ਭੱਟੀ ਸਾਹਿਬ ਦੇ ਕੋਲੋਂ ਵਿਚਾਰ ਲਵਾਂਗੇ। ਭੱਟੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਿਸੇ ਮੇਰੇ ਵੱਲੋਂ ਸਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੱਟੀ ਸਾਹਿਬ ਖਬਰਾਂ ਬਹੁਤ ਹੈਗੀਆਂ ਤੇ ਸ਼ੁਰੂ ਕਰ ਰਹੇ ਜੀ ਆਪਾਂ। ਜਿਹੜੀ ਬੀਜੇਪੀ ਦੇ ਵਿੱਚ ਠੰਡੀ ਜੰਗ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਜੀ, ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ, ਇਹ ਕਿਹੜਾ ਹੈ ਇਸ ਠੰਡੀ ਜੰਗ ਵਿੱਚ ਕਿਹੜਾ ਇਹੋ ਜਿਹਾ ਮੋੜ, ਅਜੀਬ ਮੋੜ ਆ ਗਿਆ? ਹੁਣ ਪਤਾ ਲੱਗਾ ਜੋਗੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਫੌਰੀ ਤੌਰ ਤੇ ਉਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ, ਤੇ ਪ੍ਰਧਾਨ ਮੰਤਰੀ ਨਾਲ ਵੀ ਉਹਨਾਂ ਦੀ ਗੱਲ ਹੋਣੀ ਆ, ਤੇ ਬੀਜੇਪੀ ਦੇ ਪ੍ਰਧਾਨ ਡਾਕਟਰ ਨੱਡਾ ਨਾਲ ਵੀ ਮੀਟਿੰਗ ਕਰਨੀ ਆ। ਇਹ ਕੀ ਹੋ ਰਿਹਾ ਜੀ? ਸਾਰਾ ਕੁਝ ਤੇ ਕਿਉਂ ਹੋ ਰਿਹਾ? ਐਕਚੁਅਲੀ ਦੇਖੋ, ਇਹਨੂੰ ਠੰਡੀ ਜੰਗ ਵੀ ਨਹੀਂ ਕਹਿਣਾ ਚਾਹੀਦਾ, ਇਹਨੂੰ ਖੁੱਲ੍ਹੀ ਜੰਗ ਹੀ ਕਹਿਣਾ ਚਾਹੀਦਾ, ਕਿਉਂਕਿ ਸਾਡਾ ਕੋਲ ਸਾਹਮਣੇ ਹੈ। ਅੰਦਰ ਕਰਦੇ ਨਾ ਕੋਸ਼ਿਸ਼ ਕੀਤੀ ਹੈ, ਅੰਦਰ ਗੱਲ ਰਵੇ, ਪਰ ਜਿਹੜੇ ਮੀਡੀਆ ਦੇ ਬੜੇ ਤੇਜ਼ ਤਰ੍ਹਾਂ ਆਪਣੇ ਮਿੱਤਰ ਆ ਉਹ ਕਿੱਥੇ ਰਹਿ ਸਕਦੇ ਗੱਲ ਬੁਝੀ। ਠੀਕ ਹੈ, ਠੀਕ ਹੈ। ਉਹਨਾਂ ਦੇ ਜਿੱਥੇ ਸਪੈਸ਼ਲ ਡਿਊਟੀ ਵੀ ਆਈ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਇੱਕ ਗੱਲ ਦੀ ਅਜੇ ਤੱਕ ਵੀ ਬੜੀ ਚਰਚਾ ਆ ਕਿ ਆਖਰ ਉਹ ਕੀ ਵਾਪਰ ਗਿਆ, ਹਾਂਜੀ, ਕਿਉਂ ਇਹੋ ਜਿਹਾ ਕੁਝ ਹੋ ਗਿਆ ਕਿ ਜਦੋਂ ਦੀਆਂ ਬਕਾਲ ਦੀਆਂ ਚੋਣਾਂ ਆਈਆਂ ਉਸ ਤੋਂ ਬਾਅਦ ਨਾ ਪ੍ਰਧਾਨ ਮੰਤਰੀ ਨੇ ਨਾ ਗ੍ਰਹਿ ਮੰਤਰੀ ਨੇ ਜੋਗੀ ਨੂੰ ਨਹੀਂ ਬੁਲਾਇਆ ਸੀ। ਹਾਂਜੀ ਹਾਂਜੀ। ਨਾ ਕੋਈ ਗੱਲ ਕੀਤੀ। ਫਿਰ ਜਵਾਬ ਦੇਣਾ ਤੇ ਉਹਦੇ ਜਾਰੀ ਦੇ ਟੈਲੀਫੋਨ ਕਰ ਲਏ। ਹਾਂਜੀ। ਪਰ ਹੁਣ ਅਚਨਚੇਤ ਕੀ ਹੋਇਆ, ਇਹ ਕੱਲ ਦੀ ਗੱਲ ਹੈ। ਇਹ ਜਿਹੜੇ ਉੱਥੋਂ ਦੇ ਮੁਖੀ ਆ ਉੱਤਰ ਪ੍ਰਦੇਸ਼ ਦੇ ਭਾਜਪਾ ਦੇ, ਹਾਂਜੀ, ਉਹ ਕਿਤੇ ਬਾਹਰ ਆਪਣੇ ਕਾਰੋਬਾਰ ਚ ਸੀ। ਅੱਛਾ ਜੀ। ਇੱਕ ਉਹਨਾਂ ਦਾ ਸਿਸਟਰ ਜਿਹੜਾ ਮਤਲਬ ਸੈਕੰਡ ਉਹਨਾਂ ਦਾ ਲੜਕਾ ਉਹ ਵੀ ਬਾਹਰ ਹੀ ਸੀ। ਤਾਂ ਹੁਕਮ ਆਇਆ, ਉਹ ਬਾਹਰ ਦੀ ਗੱਲ ਕਰੇ, ਹੁਕਮ ਦਿੱਤਾ ਕਿਨੇ, ਹੁਕਮ ਆਇਆ ਹਾਂਜੀ, ਇਹ ਬਾਈਏ ਰੈਸਟ ਕਰੋ ਨਾਲ ਇਹ ਜਿਹੜੀ ਲਖਨਊ ਤੇ ਆਓ। ਅੱਛਾ ਜੀ। ਇੱਕ ਜਿਹੜਾ ਮੁਖੀ ਸੀ ਉਹਨੂੰ ਤੇ ਹੱਥ ਤੇ ਲੈ ਗਿਆ। ਤੇ ਜਿਹੜਾ ਉਹਦਾ ਫੈਨ ਸੀ ਉਹ ਇਹੋ ਜਿਹੀ ਥਾਂ ਸੀ ਜਿੱਥੇ ਬਾਈ ਇਹਨਾਂ ਦੇ ਨੇੜੇ ਤੇ ਸੀ, ਉਹਦੇ ਹੈਲੀਕਾਪਟਰ ਭੇਜਿਆ। ਅੱਛਾ ਜੀ। ਇਹ ਗੱਲ ਉਦੋਂ ਵਾਜਬ ਜੀ ਲੱਗਦੀ ਹੈ ਜੇ ਕਿਸੇ ਦੇਸ਼ ਤੇ ਹਮਲਾ ਹੋ ਜਾਏ ਤੇ ਚਲੋ ਵੀ ਐਮਰਜੈਂਸੀ ਹੁੰਦੀ, ਪਰ ਹੱਥਾਂ ਦੇ ਇਹਦੇ ਵਿੱਚ ਕੀ ਇਹੋ ਜਿਹਾ ਕੁਛ, ਇਹ ਗੱਲ ਬੜੀ ਸਾਰਿਆਂ ਦੀ ਸੋਚਣ ਦਾ ਵਿਸ਼ਾ ਬਣਿਆ। ਹਾਂਜੀ। ਔਰ ਉਹਨਾਂ ਨੂੰ ਲੱਗਦਾ ਗਿਆ ਤੇ ਜੋਗੀ ਜਿਹੜਾ ਸੀ ਇਹ ਆਪਣੇ ਕਾਰੋਬਾਰ ਦੇ ਵਿੱਚ ਕੀ ਕਰਦੇ ਤੇ ਜਿਸ ਵੇਲੇ ਇਤਨੇ ਮੁਲਾਕਾਤਾਂ ਹੁੰਦੀਆਂ ਪਹਿਲਾਂ ਪ੍ਰੋਗਰਾਮ ਬਣਦੇ ਆ, ਪਹਿਲਾਂ ਸਮਝ ਲੈਂਦਾ। ਬਿਲਕੁਲ ਬਿਲਕੁਲ। ਪਰ ਇਹ ਅਚਾਨਕ ਉਹਨੂੰ ਵੀ ਜੋਗੀ ਨੂੰ ਵੀ ਦੱਸਿਆ ਗਿਆ ਕਿ ਇਮੀਡੀਏਟਲੀ ਆਪਣੇ ਕਾਗਜ਼ ਪੱਤਰ ਚੁੱਕ ਸਾਰੇ ਤੇ ਫੌਰੀ ਤੌਰ ਤੇ ਦਿੱਲੀ ਪਹੁੰਚ। ਅੱਛਾ ਜੀ। ਔਰ ਉੱਥੇ ਜਾ ਕੇ ਗ੍ਰਹਿ ਮੰਤਰੀ ਦੇ ਘਰ ਮਿਲਣਾ। ਉਸ ਔਰ ਉਹਨਾਂ ਬਿਲਡਿੰਗ ਆਪ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਮਿਲਣਾ ਪ੍ਰਧਾਨ ਮੰਤਰੀ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਭਾਜਪਾ ਦਾ ਮਤਲਬ ਕੌਮੀ ਪ੍ਰਧਾਨ, ਹਾਂਜੀ 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 ਹਾਂਜੀ, ਜੇਪੀ ਨੱਡਾ, ਹਾਂਜੀ ਹਾਂਜੀ, ਉਹਦੇ ਨਾਲ ਮੁਲਾਕਾਤ ਕਰ ਔਰ ਨਾਲੇ ਸਮਝਾ ਦਿੱਤਾ ਗਿਆ ਕਿ ਕੀ ਕਰਨਾ। ਅੱਛਾ ਜੀ। ਕਿਵੇਂ ਕਰਨੀ। ਅੱਛਾ ਜੀ। ਸੋ ਉਹ ਆ ਗਿਆ ਹੁਕਮ ਮੰਨ ਕੇ। ਠੀਕ ਹੈ ਜੀ, ਠੀਕ ਹੈ। ਹੁਕਮ ਹੀ ਕੁਛ ਇਹੋ ਜਿਹੀ ਤਰ੍ਹਾਂ ਤੋਂ ਆ ਗਿਆ ਸੀ ਜਿਹਨੂੰ ਮੋੜਿਆ ਨਹੀਂ ਜਾ ਸਕਦਾ। ਤੇ ਨਾਲ ਉਹਨੂੰ ਇਹ ਵੀ ਸਮਝਾ ਦਿੱਤਾ ਵੀ ਦੇਖ ਭਾਈ ਗੱਲ ਇਹ ਆ ਕਿ ਤੇਰੀ ਅਗਵਾਈ ਚ ਲੜੀ ਜਾਊਗੀ ਚੋਣ। ਅੱਛਾ ਜੀ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦਾ ਜਿਹੜਾ ਨਹੀਂ ਹੋਣਗੇ ਇਹ ਗੱਲਾਂ ਪਹਿਲਾਂ ਤੈਅ ਹੋ। ਠੀਕ ਹੈ ਜੀ। ਇਹ ਤਾਂ ਹੋ ਸਕਦਾ ਹੋਊਗਾ ਹੀ ਨਾ। ਤੇ ਦੂਸਰੀ ਗੱਲ ਇਹ ਆ ਕਿ ਇਹ ਗੱਲ ਸੰਭਵ ਨਹੀਂ ਲੱਗਦੀ ਤੇ ਨਾ ਹੀ ਆਪਣੀ ਪਾਰਟੀ ਤੇ ਆਪਣੀ ਸਰਕਾਰ ਦੇ ਮਾਨਜ ਦਾ ਵੀ ਸਵਾਲ ਹੈ ਕਿ ਪ੍ਰਧਾਨ ਮੰਤਰੀ ਤੇਰੇ ਕੋਲ ਆ ਕੇ ਮਿਲਣ ਦਾ ਰਿਹਾ। ਹਾਂਜੀ ਹਾਂਜੀ ਬਿਲਕੁਲ। ਤੇ ਨਾ ਗ੍ਰਹਿ ਮੰਤਰੀ ਨੇ ਮਿਲਣਾ, ਤੂੰ ਆਪ ਸ਼ਕਤੀ ਨਾਲ ਕਹਿਣਾ ਬਣਦਾ ਉਹਦੇ ਦੱਸਿਆ। ਤੇ ਲੋ ਜੀ ਗ੍ਰਹਿ ਮੰਤਰੀ ਦੇ ਘਰ ਪਹੁੰਚ ਗਿਆ, ਉਹਨਾਂ ਦੀ 1.5 ਘੰਟਾ ਗੱਲਬਾਤ ਹੋਈ।
ठीक है जी। ਹੁਣ ਇਹ ਤਾਂ ਯੋਗੀ ਜਾਣਦਾ ਜਾਂ ਗ੍ਰਹਿ ਮੰਤਰੀ ਤੋਂ ਹੋਇਆ ਕੀ ਹੈ। ਹਾਂਜੀ। ਅੰਦਰ ਕੀ ਹੋਇਆ। ਹਾਂਜੀ। ਉੱਥੇ ਹੋਰ ਵੀ ਇੱਕ ਛੋਟੀ ਜਿਹੀ ਪਾਰਟੀ ਜਿਹੜੀ ਬੀਜੇਪੀ ਦੇ ਨਾਲ ਸਹਿਯੋਗ ਕਰਦੀ ਸੀ ਉਹਦੇ ਮੁਖੀ ਵੀ ਉੱਥੇ ਪਹੁੰਚੇ ਹੋਏ ਸੀ। ਉਹਦੇ ਨਾਲ ਵੀ ਗੱਲਬਾਤ ਹੋਈ ਆ। ਜਿਹੜਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ ਉਹ ਸਿਰਫ 3 ਅੱਖਰਾਂ ਦਾ। ਅੱਛਾ ਜੀ। योगी आए तो मिले। बस ठीक है जी। ठीक है जी। अच्छा हालांकि वो जी छोटी जी पार्टी के आगू से उत्ते गई ਉਹਦੇ ਬਾਰੇ ਵਿੱਚ ਉਹ ਨਾਲ ਲੈ ਕੇ ਲਿਖਿਆ ਵੀ ਉਹ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਹੋ ਗਿਆ। ਹਾਂਜੀ। ਤਾਂ ਹੁਣ ਦੇਖੋ ਇਹ ਤਾਂ ਪੁਆਇੰਟ ਕਿਉਂ ਚੱਕਿਆ ਬੜਾ ਬਰੀਕੀ ਸਮਝਣ ਵਾਲਾ ਵੀ ਆਖਰ ਜਿਹੜੀ ਚੀਜ਼ ਅੰਦਰ ਸਹੀ ਹੈ ਉਹ ਹਰ ਦਰਜ ਬਾਹਰ ਆਉਂਦੀ ਹੈ। ਠੀਕ ਹੈ ਜੀ। ਉਹ ਚੀਜ਼ ਜਿਹੜਾ ਹੈ ਤੇ ਤਾਂ ਖਰਾਬ ਹੈ ਤਾਂ ਨਾ ਕਰੋ पर करना भी जरूरी थी। हाँ जी। और सामने भी कर देता कि अधीन की समझ है। हाँ जी। तो मतलब किसी हद तक सही भी है क्योंकि आज पॉलिटिकल ऑर्गेनाइजेशन दसा कि उत्तर प्रदेश के ਵਿੱਚ योगी पूरी तरह अलग थलग कर ਦਿੱਤਾ ਗਿਆ ਹੈ। अच्छा अच्छा जी। ਲੋਕਾਂ ਜਦੋਂ ਪਹਿਲਾਂ ਦੇਖਿਆ ਕਿ ਲੋਕਾਂ ਜਦੋਂ ਸਾਰੇ ਗਏ ਜਿਸ ਵੇਲੇ ਕੋਰੋਨਾ ਮਹਾਮਾਰੀ ਆਈ ਹੈ ਜੋ ਇਹਨਾਂ ਨੇ ਕਾਰਨਾਮੇ ਕੀਤੇ ਲੋਕਾਂ ਨੇ ਨਜ਼ਰਾਂ ਤਾਂ ਆਲਰੇਡੀ ਗਿਰ ਚੁੱਕੇ ਸਾਰੇ। ਠੀਕ ਹੈ ਜੀ। ਜਿਹੜੀ ਇਹਨੇ ਸਰਕਾਰ ਦੇ ਵਿੱਚ ਬੰਦੇ ਸੀ ਸਾਰੇ ਉਹ ਇਹਨੂੰ ਕਮਜ਼ੋਰ ਜਿਹਾ ਕੀਤਾ ਗਿਆ ਕਿ ਜਿਹੜੇ ਕੋਈ 50 ਦੇ ਲਗਭਗ ਨਹੀਂ 250 ਦੇ ਲਗਭਗ ਜਿਹੜੇ ਸੀਗੇ ਐਮਐਲਏ ਉਹਨਾਂ ਕੋਲੋਂ ਸਾਈਨ ਕਰ ਲਏ ਗਏ ਸੀ ਆਪਾਂ ਪਹਿਲਾਂ ਵੀ ਗੱਲ ਕੀਤੀ। ਹਾਂਜੀ ਹਾਂਜੀ। 50 ਬੰਦੇ ਦੇ ਨਾਲ ਸੀ ਉੱਪਰੋਂ ਵੀ ਨਿਕਲ ਗਿਆ ਤੇ ਇਹ ਵੀ ਇਹਨੂੰ ਸਾਫ਼ ਕਰਾਇਆ ਗਿਆ ਕਿ ਜੇ ਤੂੰ ਪਹਿਲਾਂ ਵੇਖਦਾ ਸਾਰੀ ਸਰਕਾਰ ਤੇ ਆਰਐਸਐਸ ਤੇ ਪੂਰੀ ਬੀਜੇਪੀ ਸਾਰੇ ਨਾਲ और दूसरी गल है कि ਇਹਦੇ ਨਾਲ ਬਹੁਤ ਵੱਡਾ ਨੁਕਸਾਨ ਵੀ ਹੋਣਾ ਹੈ। ਸਾਰਾ ਸਮਝਾ ਸਮਝੋ ਕੇ ਭੇਜਿਆ ਸੀ ਉਹ ਸਮਝਾਈ ਸਮਝੋਈ ਦੇ ਨਾਲ ਜਿੱਦਾਂ ਕਹਿੰਦੇ ਜੀ ਉੱਧਰ ਗੁਰਾ ਕੇ ਕਿਸੇ ਚੀਜ਼ ਨੂੰ ਜਾਂ ਬਰਾਤ ਨੂੰ ਕੇ ਲੱਕ ਘੁੱਟ ਕੇ ਇਹ ਸਾਰੀ ਜਿਹੜੀ ਆ ਅੰਦਰ ਖਾਤੇ ਕੜੀ ਘੁਲਦੀ ਹੈ ਬਾਹਰ ਨਾ ਨਿਕਲੇ। ਠੀਕ ਹੈ ਜੀ। ਇਹ ਵੀ ਛਪਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਪਰ ਜਿਹਨਾਂ ਲੋਕਾਂ ਕੋਲੋਂ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਨੂੰ ਪਤਾ ਹੀ ਹੈ ਸਾਰਾ ਕੀ ਹੋ ਰਿਹਾ। और ये हुक्म ਜਿਹੜੇ ਸੀਗੇ ਇਹ ਆਏ ਆ ਆਰਐਸਐਸ ਤੋਂ ਹੈਡਕੁਆਟਰ ਤੋਂ। ਆਰਐਸਐਸ ਨੇ ਗੱਲ ਬੜੀ ਸਪਸ਼ਟ ਕੀਤੀ ਆ ਕਿ ਜੇ ਬੇੜਾ ਰੁਕਣੋਂ ਬਚਦਾ ਤੇ ਆ ਯੁੱਧ ਨੀਤੀ ਬਣਾਓ ਤਾਂ ਹੀ ਬਚਣਾ। ਠੀਕ। ਆਪਾਂ ਹੋਰ ਵੀ ਦੱਸਦੇ ਆ ਗੱਲ ਉਹ ਨਿਕਲ ਕੇ ਆਈ ਹੈ ਕਿ ਬੰਗਾਲ 'ਚ ਜਿਹੜੀ ਸ਼ਰਮਨਾਕ ਹਾਰ ਹੋਈ ਆ ਉਹ ਭਾਵੇਂ ਮੋਦੀ ਦੇ ਤੇ ਅਮਿਤ ਸ਼ਾਹ ਦੇ ਸਿਰ ਬੜੀ ਜਾ ਰਹੀ ਹੈ ਪਰ ਉਹ ਸਾਰੀ ਯੋਜਨਾ ਬਣਾਉਣ ਵਾਲੇ ਆਰਐਸਐਸ ਦੇ ਮੁਖੀ ਸੀ। ਠੀਕ ਹੈ। ਇਹਨਾਂ ਨੇ ਯੋਜਨਾ ਬਣਾਈ ਜਿਹੜਾ ਰਾਜਨੀਤੀ ਘੜੀ ਕਿ ਉੱਥੇ ਹਿੰਦੂ ਗੈਰ ਹਿੰਦੂਆਂ ਨੂੰ ਕਿਵੇਂ ਕਰਨਾ ਮੁਸਲਮਾਨਾਂ ਨੂੰ ਕਿਵੇਂ ਐਕਸਪਲੋਇਟ ਕਰਨਾ ਸੋ ਇਹਨਾਂ ਦੀ ਜੋ ਪ੍ਰੈਕਟਿਸ ਹੈਗੀ ਆ ਉਹ ਕੁਛ ਉੱਥੇ ਕੀਤਾ ਤਾਂ ਉੱਥੇ ਖਾਦੀ ਮੋਹ ਸੀ। ਉਹਦੇ ਇਸ ਗੱਲੋਂ ਵੀ ਡਰਦੇ ਆ ਕਿ ਬ੍ਰਾਹਮਣਾਂ ਨੂੰ ਠਾਕਰਾਂ ਨੂੰ ਉੱਤਰ ਪ੍ਰਦੇਸ਼ ਦੇ ਕਿਉਂਕਿ ਬ੍ਰਾਹਮਣ ਬਰਾਦਰੀ ਸਾਰੀ ਇਹਨਾਂ ਦੇ ਇੰਨੀ ਗਰੁੱਪ ਹੋ ਗਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੁਝ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਿਹਦੇ ਵਿੱਚ ਉਹਨਾਂ ਦਾ ਮੁਖੀ ਸੀਗਾ ਜਿਹੜਾ ਉਹਨੂੰ ਇਨਕਾਊਂਟਰ ਬਣਾਇਆ ਦੂਸਰੇ ਹੋਰ ਵੀ ਉਹ ਇਸ ਵੇਲੇ ਬਹੁਤ ਸਦੇ ਹੈ। और ठाकर ਜਿਹੜੇ ਹੈਗੇ ਠਾਕਰਾਂ ਦੇ ਚੱਲੇ ਨਾਲ ਲੈਣਾ ਜਿੱਤ ਨਹੀਂ ਹੋ ਸਕਦੀ। ਫਿਰ ਉਹਨਾਂ ਨੇ ਹੋਰ ਵੀ ਨੁਕਤਾ ਸਪਸ਼ਟ ਕੀਤਾ ਕਿ ਦੇਖੋ ਅੱਜ ਜਿਹੜੀਆਂ ਹਾਲਤਾਂ ਬੜੀਆਂ ਵੱਖਰੀਆਂ ਇਹਨਾਂ ਨੂੰ ਵੀ ਸਰਨਾ ਬਿਠਾਗਰਾ ਬ੍ਰਾਹਮਣਾਂ ਨੂੰ ਲੈ ਕੇ ਅਸੀਂ ਦੂਸਰੇ ਮੁਸਲਮਾਨਾਂ ਦੇ ਵਿਰੋਧ ਚ ਜਹਾਦ ਕਰ ਦਾਂਗੇ ਤੇ ਜਿੱਤ ਜਾਣਗੇ ਫਿਰ ਜਿੱਤਿਆ ਗਿਆ। ਠੀਕ ਹੈ ਜੀ। ਜਿੰਨੀਆਂ ਵੀ ਦਲਿਤ ਸ਼੍ਰੇਣੀਆਂ ਜਿੰਨੇ ਵੀ ਪਛੜੀਆਂ ਜਾਂਦੀਆਂ ਦੇ ਹੋਰ ਹੈ ਸਾਰੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਆਪਣੇ ਮਤਲਬ ਕਰਨਾ ਪੈਣਾ ਆਪਣੇ ਕਿਉਂਕਿ ਅੱਜ ਉਹ ਗੱਲ ਰਹੀ ਨਹੀਂ। ਕਿਸਾਨ ਅੰਦੋਲਨ ਨੇ ਸਾਰਾ ਸਮੀਕਰਨ ਇਹਨਾਂ ਦਾ ਕਿਤੇ ਵਾਰ ਦਿੱਤਾ ਤੇ ਉਹਨੂੰ ਹੱਲ ਕਰਨ ਦੇ ਲਈ ਯੋਜਨਾ ਅੱਗੇ ਕੀਤੀ। ਹੁਣ ਜਿਸ ਵੇਲੇ ਇੱਥੇ ਆਪਣੇ ਰਾਤ ਪੈ ਜਾਣੀ ਹੈ ਤੇ ਭਾਰਤ ਦੇਣ ਵਾਲਾ ਤੇ ਉਦੋਂ ਜੋ ਵੀ ਜਿਹੜਾ ਉਹ ਪਹੁੰਚੂਗਾ ਪ੍ਰਧਾਨ ਮੰਤਰੀ ਦੇ ਦਰਬਾਰ ਚ ਉੱਥੇ ਦੇਖੋ ਕੀ ਵਾਪਰਦਾ ਤੇ ਦਰਖਾਸਤ ਤੇ ਕੀ ਹੁੰਦਾ ਕਿਉਂਕਿ ਦੁਨੀਆ ਕਿਸੇ ਕਿੰਨੀਆਂ ਵੱਧ ਚੁੱਕੀਆਂ ਹਨ ਤੇ ਇਹ ਗੱਲ ਯੋਗੀ ਨੂੰ ਸਪਸ਼ਟ ਹੀ ਹੋ ਗਈ ਆ ਕਿ ਮੇਰੀਆਂ ਜੜ੍ਹਾਂ ਵੱਢਣ ਲਈ ਇਹਨਾਂ ਨੇ ਕਦਰ ਕੋਈ ਨਹੀਂ ਸੀ। ਫਿਰ ਇਹ ਸੱਚ ਵੀ ਕਿਉਂਕਿ ਇਹਨਾਂ ਨੇ ਇਹ ਸਮਝ ਲਿਆ ਸੀ ਕਿ ਯੋਗੀ ਸਾਡੇ ਕਾਬੂ 'ਚ ਰਹਿਣਾ ਨਹੀਂ। ਉੱਤਰ ਪ੍ਰਦੇਸ਼ ਦੀ ਹਾਲਤ ਜਿਹੜੀ ਹੈਗੀ ਜੇ ਇੱਥੋਂ ਨਿਕਲ ਗਈ ਤੇ ਇਹ ਇੱਕ ਉਹਦੀ ਰਾਹ ਆਉਣਾ ਆ ਕੇਂਦਰ ਦੀ ਕੁਰਸੀ ਤੇ। ਸੋ ਇਹ ਜਿਹੜੀ ਇੱਕ ਬੜੀ ਗੁੰਝਲਦਾਰ ਸਥਿਤੀ ਬਣੀ ਹੋਈ ਆ ਉਹਦੇ ਬਾਰੇ ਮੈਂ ਇਹਦਾ ਸੋਚ ਰਿਹਾ ਕਿ ਚਾਹੇ ਇਹ ਲੱਖ ਕੋਸ਼ਿਸ਼ਾਂ ਕਰਨ ਇੱਕ ਤੇ ਗੱਲ ਦੂਜੀ ਨਹੀਂ ਗਈ ਇੱਕ ਗੱਲ ਲੋਕ ਪਰ ਜਾਣ ਨੰਬਰ 2 ਇਹ ਨਹੀਂ ਸੋਚ ਰਿਹਾ ਵੀ ਜਿਹੜੇ ਪਿਛਲੇ
ਠੀਕ ਹੈ ਜੀ, ਠੀਕ ਜਿਹੜੇ ਹੈ। ਤੁਸੀਂ ਦੇਸ਼ ਦੀ ਤਬਾਹੀ ਕੀਤੀ ਹੈ ਉਹ ਕਿਵੇਂ ਭੁੱਲ ਜਾਣਗੇ ਤੇ ਜਿਹੜੇ ਹਜ਼ਾਰਾਂ ਹੀ ਲੋਕ ਜਿਹੜੇ ਉਹਨਾਂ ਦੇ ਘਰ ਕਰੋਨਾ ਮਹਾਮਾਰੀ ਨੇ ਉਜਾੜ ਦਿੱਤੇ ਆ, ਤੁਸੀਂ ਉਦੋਂ ਦਵਾਈਆਂ ਤੱਕ ਨਹੀਂ ਦੇ ਸਕਦੇ ਹੋ, ਪੜ ਕੇ ਮਰੇ ਆ, ਉਹਦਾ ਕੀ ਲੋੜ ਲੱਗੋਗੇ। ਤੇ ਜਿਹੜੇ ਕਰੋੜਾਂ ਹੀ ਨੌਜਵਾਨ ਬੇਕਾਰ ਹੋਏ ਫਿਰਦੇ ਆ ਤੁਹਾਡੀ ਸਰਕਾਰ ਦੇ ਕਾਰਨਾਮਿਆਂ ਕਰਕੇ, ਉਹਦਾ ਕੀ ਕਰੋ। ਅੱਜ ਦੇਸ਼ ਜਿਹੜਾ ਹੈਗਾ ਉਹ ਬੰਗਲਾਦੇਸ਼ ਜਿਹੜਾ ਨਿਕਲ ਗਿਆ ਦੇਸ਼ ਹੈ ਤੇ ਸ਼੍ਰੀਲੰਕਾ ਉਹਦੇ ਤੋਂ ਵੀ ਪਿੱਛੇ ਆ ਸਕਦਾ। ਆਪਾਂ ਵੀ ਗੱਲ ਕੀਤੀ ਬਿਲਕੁਲ ਬਿਲਕੁਲ। ਤੇ ਇਸ ਕਿਸਮ ਦੀ ਪ੍ਰਸਥਿਤੀ ਦੇ ਵਿੱਚ ਇਹ ਦੇਖ ਹੀ ਰਹੇ ਆ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਚਾਰ ਬਲਾਵਾਂ ਸਾਡੇ ਆਲੇ ਦੁਆਲੇ ਚੰਬੜੀਆਂ ਉਹਨਾਂ ਨੂੰ ਇੱਕ ਕਰਕੇ ਨਿਕਲਿਆ ਜਾਵੇ। ਸਾਨੂੰ ਮੈਂ ਉਹਦਾ ਜ਼ਿਕਰ ਕੀਤਾ ਅੱਜ ਨਹੀਂ ਕਰਦਾ। ਠੀਕ ਹੈ ਜੀ। ਸੋ ਉਹ ਜਿਹੜੇ ਕ੍ਰਾਈਸਿਸ ਹੈਗੇ ਆ ਉਹਨਾਂ ਚ ਨਿਕਲਣ ਦੇ ਲਈ ਇੱਕ ਛੱਡ ਪਟਾ ਰਿਹਾ, ਜਿੱਦਾਂ ਨਾ ਕੋਈ ਆਲੇ ਦੁਆਲੇ ਜਾਮ ਕਰ ਗਿਆ ਹੋਵੇ ਤਾਂ ਉਹਦੇ ਵਿੱਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਕਰਦੇ, ਉਦੋਂ ਦੀ ਪੀਛੇ ਮੈਨੂੰ ਲੱਗ ਰਹੀ ਆ। ਔਰ ਇਹਦੇ ਚ ਇਹਨਾਂ ਨੂੰ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲੀ। ਉਹਦਾ ਕਾਰਨ ਹੈ ਕਿ ਜਿਹੜੇ ਪਹਿਲੋਂ ਢੰਗ ਤਰੀਕੇ ਵਰਤਦੇ ਰਹੇ ਆ ਲੋਕਾਂ ਨੂੰ ਜਾਤ ਧਰਮ ਦੇ ਨਾਂ ਤੇ ਭੜਕਾਉਣ ਦੇ, ਉਹ ਕਿਸਾਨ ਅੰਦੋਲਨ ਦੇ ਸਾਰੇ ਕਰਦੇ ਸਨ। ਠੀਕ ਹੈ। ਇੱਕ ਹੋਰ ਵੀ ਇਹਨਾਂ ਨੂੰ ਜਿਹੜੀ ਐਮਰਜੈਂਸੀ ਪਈ ਉਹਦੇ ਕਾਰਨ ਹੋਰ ਵੀ ਨਜ਼ਰ ਆਉਂਦਾ, ਜਿਹਦੇ ਚੋਂ ਨਿਕਲਿਆ ਗਿਆ ਥੋੜਾ ਜਿਹਾ। ਇਹ ਕਿਸਾਨ ਅੰਦੋਲਨ ਹੁਣ ਆਰਥਿਕ ਅੰਦੋਲਨ ਨਹੀਂ ਰਿਹਾ, ਇਹ ਰਾਜਨੀਤਿਕ ਬਣ ਗਿਆ ਜਾਂ ਸ਼ਾਰੋ ਸ਼ਿਕਾਇਤ ਦੀ ਨਿਰਣੀ ਜਿਹੜੀ ਮਮਤਾ ਨਾਲ ਉਹ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਡਰਾ ਵੀ ਰਹੀ ਆ ਤੇ ਪੂਰੀ ਵੀ ਕਰ ਰਹੀ। ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜੇ ਸ਼ਿਕਾਇਤ ਦਾ ਦੂਸਰਾ ਜਿਸ ਢੰਗ ਦੀ ਬਣਾਇਆ ਗਿਆ ਜਾਂ ਕਿਸਾਨ ਅੰਦੋਲਨ ਦੇ ਵਿੱਚ ਜਿੱਦਾਂ ਉਹ ਕਹਿ ਰਹੇ ਆ ਕਿ ਅਸੀਂ ਪਿੰਡ ਪਿੰਡ ਦੇ ਵਿੱਚ ਇਹੋ ਜਿਹੀ ਦਸਤੀ ਕੈਂਪ ਕਰਦੇ ਆ ਕਿ ਤੁਸੀਂ ਉੱਥੇ ਵੰਡ ਚੰਗੇ ਨੇ। ਬਿਲਕੁਲ। ਔਰ ਇਹ ਸਵਾਲ ਵੀ ਹੋਇਆ ਸ਼ਿਕਾਇਤ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਮਮਤਾ ਨੂੰ ਕਿਉਂ ਮਿਲ ਕੇ ਆਏ। ਉਹ ਕਹਿੰਦਾ ਮੈਂ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ। ਠੀਕ ਹੈ। ਮਮਤਾ ਭਾਰਤ ਦੇ ਪੱਛਮੀ ਬੰਗਾਲ ਭਾਰਤ ਦਾ ਹਿੱਸਾ ਨਹੀਂ ਹੈ। ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਉੱਥੇ ਜਾ ਕੇ ਜੋ ਕਾਰਨਾਮੇ ਕਰਕੇ ਆਏ ਆ ਪੱਛਮੀ ਬੰਗਾਲ ਦੇ ਲੋਕ ਤਾਂ ਇਹਨਾਂ ਦੇ ਇੰਨੇ ਵਿਰੋਧ ਹੋ ਰਿਹਾ ਕਿ ਸਮਝ ਨਹੀਂ ਆ ਰਿਹਾ। ਅਸੀਂ ਕਹਿੰਦੇ ਅਸੀਂ ਕਵਾਂਗੇ ਸਾਡੀ ਪਲੈਨਿੰਗ ਹੈ ਕਿ ਅਸੀਂ ਇਹ ਸਰਕਾਰ ਨੂੰ ਇਹਨੂੰ ਕੁਰਸੀ ਤੋਂ ਲਾਉਣ ਦੇ ਲਈ ਅਸੀਂ ਹਰ ਉਹ ਹੱਕ ਵਰਤਾਂਗੇ ਜਿਹੜਾ ਵੀ ਵਰਤਿਆ ਜਾ ਸਕਦਾ। ਠੀਕ ਹੈ ਜੀ। ਸੋ ਇਹ ਚੀਜ਼ਾਂ ਜਿਹੜੀਆਂ ਆ ਫਿਰ ਇਹਦਾ ਪ੍ਰਤੀਕਰਨ ਜਿਹੜਾ ਦੂਸਰੇ ਪਾਸੇ ਆਪਾਂ ਨਾਲ ਹੀ ਉਹ ਲੈ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਕ੍ਰਿਸ਼ੀ ਮੰਤਰੀ ਜਿਹੜਾ ਹੈਗਾ ਖੇਤੀ ਮੰਤਰੀ ਉਹਨੇ ਫਿਰ ਸੁਣਿਆ ਕਿ ਜਨ ਸਾਡਾ ਹਾਂਜੀ ਪਰੋਸਣ ਦੀ ਕੋਸ਼ਿਸ਼ ਕੀਤੀ ਉਹਨੇ। ਹਾਂਜੀ ਤੋਮਰ ਨੇ ਔਰ ਕਿਸਾਨਾਂ ਨੂੰ ਏਦਾਂ ਪਰੋਸਣ ਕਿ ਏਦਾਂ ਸੁਣਿਆ ਭੇਜਿਆ ਕਿ ਜਿੱਦਾਂ ਮਤਲਬ ਕਰਜ਼ਾ ਲੈਣਾ ਹੋਵੇ। ਮੈਂ ਇਹ ਤਾਂ ਹੋਣੀ ਸਹੀ ਗੱਲ ਹੈ। ਉਹ ਕਹਿੰਦਾ ਤੁਸੀਂ ਆ ਜਾਓ, ਅਸੀਂ ਵੀ ਤੁਹਾਡੇ ਆ, ਤੁਸੀਂ ਵੀ ਸਾਡੇ ਆ, ਕੁਝ ਫਰਕ ਤਾਂ ਕੋਈ ਨਹੀਂ। ਆਪਾਂ ਬਹਿ ਲਈਏ, ਬਹਿ ਕੇ ਤੁਸੀਂ ਰੱਖੋ ਸਾਡੇ ਕੋਲ ਸਾਰੀਆਂ ਗੱਲਾਂ ਪਿਆ ਕੰਮ ਕਰਕੇ ਕਾਨੂੰਨ ਜਿਹੜੇ ਹੈਗੇ ਬੜੇ ਘਾਤਕ ਆ। ਅਸੀਂ ਕਿਹੜਾ ਤੁਹਾਡੇ ਤੋਂ ਪਾਸੇ ਜਾਣਾ। ਪਰ ਇੰਨਾ ਕੁ ਕਰੋ ਕਿ ਤੁਸੀਂ ਉਹ ਜਿਹੜਾ ਨਾ ਮਤਲਬ ਵਿੱਚ ਰਿਕਾਰਡ ਹੈ ਕਿ ਕਾਨੂੰਨ ਰੱਦ ਕਰੋ, ਉਹ ਨਾ ਕਹੋ। ਉਹਦੇ ਨਾਲ ਜਿੰਨਾ ਵੀ ਸਾਨੂੰ ਬੜੀ ਤਕਲੀਫ ਹੁੰਦੀ ਆ ਕਿ ਕਿਸ ਘਟਨਾ ਰੱਦ ਹੋ ਜਾਣਗੇ, ਕੀ ਹੋਊਗਾ, ਉਹ ਨਹੀਂ ਸਕਦੇ। ਇਹ ਸਾਡੀ ਸਲਾਹਾਂ ਕਰ ਰਹੇ ਕਿਸਾਨਾਂ ਦਿੱਤਾ ਜਵਾਬ ਮੈਂ ਮੋਮੋ ਠਗੜੀਆਂ ਕਰਕੇ ਤੁਸੀਂ ਸਾਨੂੰ ਭਰਮਾ ਲਓਗੇ, ਵਕਤ ਲੰਘ ਗਿਆ। ਤੁਸੀਂ ਆਪ ਤੁਹਾਡੇ ਆਪਣੇ ਕਾਰਨਾਮਿਆਂ ਨੇ ਜੋ ਤੁਸੀਂ ਸਾਡੇ ਨਾਲ ਕੀਤਾ, ਜਿਵੇਂ ਤੁਸੀਂ ਸਾਡੇ ਤੇ ਜ਼ੁਲਮ ਕੀਤਾ ਔਰ ਕਹਿ ਕਹਿਆ ਅਸੀਂ ਵੀ ਕਰਦੇ ਹਾਂ, ਜਿਵੇਂ ਕੇਸ ਝੂਠੇ ਪਾਇਆ ਸਾਨੂੰ ਸਭ ਯਾਦ। ਗੱਲ ਇੱਕੋ ਹੀ ਹੋਣੀ ਹੈ। ਇਹ ਗੱਲ ਦੇ ਉੱਤੇ ਜਿੰਨੀ ਵਾਰੀ ਮਰਜ਼ੀ ਸਨੇਹ ਭੇਜ ਲਓ, ਨਾ ਭੇਜ ਲਓ, ਕੋਈ ਫਰਕ ਨਹੀਂ ਪੈਣਾ। ਤੁਸੀਂ ਇਸ ਗੱਲ ਮੰਨੋ ਕਿ ਇਹ ਜਿਹੜੇ ਕਾਨੂੰਨ ਆ ਤੁਹਾਡੀ ਮੰਜ਼ਿਲ ਗਲਤੀ ਇਹਦਾ ਸਿੱਟਾ ਜਾਂ ਤੁਸੀਂ ਸ਼ਿਕਾਇਤ ਕੀਤੀ ਆ ਔਰ ਇਹਨਾਂ ਨੂੰ ਰੱਦ ਕਰਦੇ ਹੋ ਤਾਂ ਅਸੀਂ ਆਪੋ ਆਪਣੇ ਘਰਾਂ ਨੂੰ ਚੱਲ ਜਾਂਦੇ। ਸਾਡੀ ਲੜਾਈ ਖਤਮ। ਜੇ ਤੁਸੀਂ ਇੱਥੇ ਅੜੇ ਆ ਫਿਰ ਜਦੋਂ ਤੱਕ ਤੁਸੀਂ ਮੰਨੋਗੇ ਉਦੋਂ ਤੱਕ ਤੁਹਾਡੇ ਥੱਲੇ ਰਹਿਣਾ ਕੋਈ। ਉਹ ਗੱਲ ਉਹਨਾਂ ਦੀ ਸੱਚੀ ਵੀ। ਸੋ ਇਸ ਢੰਗ ਦੇ ਨਾਲ ਜਿਹੜੀ ਸਿਚੁਏਸ਼ਨ ਗੱਲ ਹੋਈ ਹੈ, ਇਹ ਸਾਰੀ ਜਿਹੜੀ ਆ ਇਹਦਾ ਹੀ ਸਿੱਟਾ ਆ ਕਿ ਅੱਜ ਉਹ ਬੜੀਆਂ ਹੀ ਕੋਸ਼ਿਸ਼ਾਂ ਕਰ ਰਹੇ ਆ, ਭੱਜ ਕਰ ਰਹੇ ਆ, ਇੱਧਰ ਉੱਧਰ ਦੌੜ ਰਹੇ ਆ ਵੀ ਕਿਸੇ ਤਰੀਕੇ ਨਾਲ ਦੇਖੋ ਨਾ ਜਦੋਂ ਹਾਲਾਤ ਬਦਲਦੇ ਜਿਸ ਵੇਲੇ ਲੋਕਾਂ ਦਾ ਰੋਹ ਜਿਹੜਾ ਬਹੁਤ ਵੱਡੀ ਲਾਮਬੰਦੀ ਹੋ ਜਾਂਦੀ ਆ ਔਰ ਸਾਰੇ ਦੇਸ਼ ਦੇ ਲੋਕ ਜਿਹੜੇ ਆ ਇਹਨਾਂ ਰੋਕੇ ਪਏ ਆ ਔਰ ਇਹਨਾਂ ਨੂੰ ਬਾਹਰ ਨਹੀਂ ਲੱਗਦਾ ਕੋਈ ਵੀ ਨਿਕਲ ਰਹੀ ਰਹਿੰਦੀ ਕਸਰ ਕਰੋਨਾ ਨੇ ਕੱਢ ਦਿੱਤੀ ਆ। ਔਰ ਅੱਜ ਇਹ ਬਾਰ-ਬਾਰ ਧਰਾਉਂਦੇ ਆ ਕਿ ਸਾਡੇ ਇੰਨੇ ਨਹੀਂ ਇੱਥੇ ਕਰ ਗਏ, ਉਹ ਮੈਂ ਗੱਲ ਕਰੂੰਗਾ ਧਿਆਨ ਵੀ ਜਦੋਂ ਗੱਲ ਆਊਗੀ। ਸੋ ਇਹਨਾਂ ਨੂੰ ਥੋੜਾ ਬਹੁਤਾ ਇਸ ਗੱਲ ਦੇ ਉੱਤੇ ਸੋਚ ਲੈਣਾ ਚਾਹੀਦਾ ਕਿ ਪ੍ਰਸਥਿਤੀਆਂ
ਪਰ ਸਰ ਜਿਹੜਾ ਹਾਂਜੀ ਉਹ ਮੋਦੀ ਦਾ ਜਨਤਾ ਮਜਦਾ ਸੀ ਉਹ ਜਨਤਾ ਤੋਂ ਕਿਹਾ ਬਸ ਹਾਂਜੀ ਹਾਂਜੀ ਇਸ ਵੇਲੇ ਨੂੰ ਜ਼ੀਰੋ ਕਰਦਾ ਤੇ ਜਿਹੜਾ ਇਹਨਾਂ ਨੇ ਉਹ ਫੈਸਲਾ ਲਿਆ ਉਹਨੇ ਹੋਰ ਇਹਦੀ ਕਦਰ ਵੀ ਕਰ ਦਿੱਤੀ ਹੈ ਵੀ ਇਹਦਾ ਚਿਹਰਾ ਹੀ ਨਹੀਂ ਦਿਖਾਉਣਾ ਠੀਕ ਇਹ ਹੈ ਨਾ ਕਿ ਇੱਡਾ ਬਦਨਾਮ ਹੋ ਗਿਆ ਘਰ ਦੇ ਵਿੱਚ ਨਾ ਜਦੋਂ ਬੜਾ ਬਦਨਾਮ ਹੋ ਜਾਏ ਤਾਂ ਉਹ ਕੋਰਟ ਹੀ ਜਵਾਬ ਦੇ ਦਿੰਦੇ ਬ੍ਰਾਂਚਾਂ ਵਿੱਚ ਜਿਹੜਾ ਕੋ ਮੂੰਹ ਆ ਦੇ ਜਿਹੜੇ ਬਿਲਕੁਲ ਉਹ ਜਿਹੜਾ ਫੈਸਲਾ ਲਿਆ ਗਿਆ ਜਿਹੜਾ ਨਹੀਂ ਦਿਖਾਉਣਾ ਮਿਹਨਤ ਕੀ ਕਿਸਾਨਾਂ ਦੇ ਬਾਰੇ ਗੱਲ ਚੱਲੀ ਹੈ ਭੱਟੀ ਸਾਹਿਬ ਤੇ ਮੈਂ ਇਹ ਜ਼ਰੂਰ ਚਾਹੂੰਗਾ ਕਿ ਜੇਕਰ ਕਰੀਏ ਆਪਾਂ ਇਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਦਿਓ ਕਿ ਚਲੂਨੀ ਸਾਹਿਬ ਨੇ ਜਿਹੜਾ ਦਿੱਲੀ ਚਲੋ ਦਾ ਨਾਰਾ ਨਵੇਂ ਸਿਰੋਂ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆ ਕਿਸਾਨ ਆ ਮਜ਼ਦੂਰ ਹੈ ਆਮ ਲੋਕ ਹੈ ਉਹ ਦਿੱਲੀ ਵੱਲ ਨੂੰ ਵੱਧ ਗਏ ਦਿੱਲੀ ਪਹੁੰਚ ਗਏ ਉੱਥੇ ਜਾ ਕੇ ਚਲੂਨੀ ਸਾਹਿਬ ਨੇ ਨਵੇਂ ਸਿਰੋਂ ਇਸ ਅੰਦੋਲਨ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਉਹਦਾ ਕੀ ਪ੍ਰਭਾਵ ਲੱਗਦਾ ਸਰਕਾਰ ਤੇ ਉੱਤੇ ਜਿਹੜੀਆਂ ਏਦਾਂ ਦੀਆਂ ਆਪਾਂ ਤੋਮਰ ਵੱਲੋਂ ਨਵੇਂ ਸਿਰੋਂ ਆਫਰ ਆਈ ਆ ਕਿ ਤੁਸੀਂ ਸਾਡੇ ਨਾਲ ਗੱਲ ਕਰ ਲਓ ਇਹ ਉਹਦਾ ਕਰਕੇ ਹੀ ਪ੍ਰਭਾਵ ਇਸ ਤਰੀਕੇ ਦਾ ਪਿਆ ਹੈਗਾ ਇਹ ਸਰਕਾਰ ਨੂੰ ਝੁਕਾਉਣ ਦੇ ਲਈ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਕਿ ਬਾਲਦੀ ਦਾ ਤੇਲ ਪਾਇਆ ਖੱਦਰ ਨੇ ਉਹ ਤੇ ਸਮਝਦਾ ਸੀ ਕਿ ਮੈਂ ਆਪਣੇ ਨੰਬਰ ਬਣਾ ਗਿਆ ਪ੍ਰਾਈਮ ਮਿਨਿਸਟਰ ਦੇ ਕੋਲ ਇਹ ਮਾਮਲਾ ਪਤਾ ਕਰ ਗਿਆ ਹਰਿਆਣੇ ਦੇ ਲੋਕਾਂ ਦੇ ਉੱਤੇ ਜਿਹੜੀਆਂ ਨਾ ਸਾਜ਼ਿਸ਼ਾਂ ਰੱਖ ਕੇ ਜ਼ੁਲਮ ਕੀਤੇ ਆ ਅੱਜ ਲੋਕਾਂ ਦੇ ਵਿੱਚ ਉਹ ਗੁੱਸਾ ਇੰਨਾ ਭਾਰੂ ਹੋ ਗਿਆ ਇਹ ਹੁਣ ਤੋਂ ਕਰਨਾ ਦੱਸਦਾ ਆ ਕਿ ਕਰਨਾਲ ਦੇ ਵਿੱਚ ਕਰਨਾਲ ਤੋਂ ਜਿਹੜਾ ਕਾਫਲਾ ਆਇਆ ਉਹਦੇ ਵਿੱਚ 1500 ਗੱਡੀਆਂ ਸੀ ਇਹਦੇ ਵਿੱਚ ਸਾਰੇ ਲੋਕ ਸੀ ਤੇ ਨਾਲ ਹੋਰ ਸੀ ਜਿਹੜੇ ਮਤਲਬ ਆਪੋ ਆਪਣੇ ਸਾਧਨਾਂ ਦੇ ਉੱਤੇ ਆਏ ਔਰ ਇਸ ਸਮੇਂ ਦੇ ਉੱਤੇ ਬੋਲਦੇ ਆ ਕਿਸਾਨ ਆਪੋ ਚਲੂਨੀ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਬਾਰੇ ਕਿਹਾ ਕਿ ਜਿਸ ਢੰਗ ਦੇ ਨਾਲ ਤੁਸੀਂ ਮਤਲਬ ਗੱਡੀ ਪੱਧਰ ਦੇ ਉੱਤੇ ਜਿਹੜਾ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਇਹ ਸਮਝ ਲਓ ਕਿ ਸਾਡੀ ਜਿਹੜੀ ਜਿੱਤ ਆ ਜਲਦੀ ਹੋ ਚੁੱਕੀ ਹੈ ਬਾਕੀ ਰਹਿੰਦੀ ਕਦਰ ਅਸੀਂ ਨਹੀਂ ਨਾ ਕਰ ਔਰ ਪਿਛਲੇ ਸਮੇਂ ਦੇ ਵਿੱਚ ਹੀ ਥੋੜੇ ਜਿਹੇ ਸਮੇਂ ਸੀ 4 ਥਾਵਾਂ ਦੇ ਤੋਂ ਵੱਡੇ ਕਾਫਲੇ ਜਿਹੜੇ ਚਲੂਨੀ ਦੇ ਲਿਆਂਦੇ ਆ ਇੱਥੇ ਕਰਨਾਲ ਮਾਲਾ ਪਾਣੀ ਭਰਤਾ ਹੈ ਇੱਕ ਦੇ ਤਾਂ ਹੋਰ ਉਹਨਾਂ ਦੱਸੀ ਸੀ ਔਰ ਅਜੇ ਤੱਕ ਲੋਕ ਜਿਹੜੇ ਆ ਰਹੇ ਆ ਤੇ ਪਿੰਡਾਂ ਦੇ ਵਿੱਚ ਇਹ ਹਾਲਤ ਬਣ ਗਈ ਆ ਕਿ ਲੋਕਾਂ ਨੇ ਆਪੋ ਆਪਣੇ ਸਾਰੇ ਪਿੰਡਾਂ ਵਿੱਚ ਕਦਮ ਖਾ ਲਈ ਹੈ ਕਿ ਭਾਜਪਾ ਦਾ ਕੋਈ ਵੀ ਬੰਦਾ ਇੱਥੇ ਤੁਰਿਆ ਫਿਰਦਾ ਦੇਖ ਲਓ ਤੇ ਉਹਨੂੰ ਬਖਸ਼ਣਾ ਨਹੀਂ ਉਹ ਪਿੰਡ 'ਚ ਵੜਨ ਨਹੀਂ ਦੇਣਾ ਔਰ ਇਹ ਪੋਜੀਸ਼ਨ ਜਿਸ ਵੇਲੇ ਬਣ ਗਈ ਹੈ ਤੇ ਨਾਲ ਇਹਨਾਂ ਨੇ ਜੋ ਜਿਹੜੀਆਂ ਵੱਡੀਆਂ ਉਹ ਜਿੱਤਾਂ ਪ੍ਰਾਪਤ ਕੀਤੀਆਂ ਆ ਤੇ ਖੜੇ ਹੋਏ ਕਿਸਾਨਾਂ ਦੇ ਉੱਤੇ ਬੜੇ ਕੇਸ ਝੂਠੇ ਜਿਹੜੇ ਵਾਪਸ ਕਰਵਾਏ ਔਰ ਮਾਫੀਆਂ ਮੰਗਾਈਆਂ ਇਹ ਚੀਜ਼ ਨੇ ਇਸ ਵੇਲੇ ਸਾਬਤ ਕਰ ਦਿੱਤਾ ਕਿ ਕਿਸਾਨ ਆਪਣੀ ਪੂਰੀ ਬੁਲੰਦੀ ਦੇ ਵਿੱਚ ਆ ਚੜਾਈ ਚ ਨਾਲ ਹੀ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਸਾਨੂੰ ਸੰਦੇ ਭੇਜ ਰਹੇ ਆ ਇਹ ਗੱਲ ਨੋਟ ਕਰ ਲੈਣ ਵੀ ਇਹ ਇਸ ਵੇਲੇ ਉਹ ਵਕਤ ਨਹੀਂ ਰਿਹਾ ਕਿ ਤੁਸੀਂ ਆਪਣੀ ਕੋਈ ਗੱਲ ਬਣਾ ਲਓ ਤੇ ਸਾਡੀ ਮੰਨਣੀ ਪੈਣੀ ਔਰ ਇਹਦਾ ਪ੍ਰਭਾਵ ਬਹੁਤ ਜ਼ਿਆਦਾ ਪਿਆ ਹੈ ਬਾਕੀ ਪੰਜਾਬ ਚੋਂ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਨਤਾ ਜਿਹੜੀ ਹੈਗੀ ਉਹ ਆ ਰਹੀ ਹੈ ਪੰਜਾਬ ਦੀ ਗੱਲ ਉਹਨੇ ਕਿਹਾ ਕਿ ਉਹਨੇ ਇਹ ਗੱਲ ਵੀ ਕਹੀ ਆ ਕਿ ਇਹ ਜਿਹੜੇ ਪੂੰਜੀਪਤੀ ਆ ਵੱਡੇ ਲੋਕ ਆ ਕਾਰਪੋਰੇਟ ਹੈ ਇਹ ਲੋਕਾਂ ਨੂੰ ਖਾ ਜਾਣਾ ਚਾਹੁੰਦੇ ਆਪਣਾ ਚਾਰਾ ਬਣਾਉਣਾ ਚਾਹੁੰਦੇ ਆ ਔਰ ਇਹ ਉਹ ਪ੍ਰਧਾਨ ਮੰਤਰੀ ਹੈ ਜਿਹੜਾ ਉਹਨਾਂ ਦਾ ਸੇਵਾਦਾਰ ਹੈ ਜਿਹੜਾ ਉਹਨਾਂ ਦੇ ਕਹਿਣ ਤੋਂ ਬਿਨਾਂ ਵੀ ਜਿਹੜਾ ਲੋਕਾਂ ਨੂੰ ਬੰਨ੍ਹ ਕੇ ਕਾਨੂੰਨੀ ਜੰਜੀਰਾਂ ਨਾਲ ਬੰਨ੍ਹ ਕੇ ਉਹਨਾਂ ਦੇ ਮੋਹਰੇ ਸੁੱਟ ਦੇਣਾ ਜੋਬਨ ਤੇ ਚੱਕ ਲਾ ਦੇਣਾ ਇਹ ਜਿਹੜੀ ਉਹਦਾ ਭਾਸ਼ਣ ਸੀ ਕਈ ਬੜਾ ਇਹ ਕਰਦੇ ਨਾਲ ਕਿ ਉਹ ਕਹਿੰਦਾ ਪੂੰਜੀਪਤੀ ਭੁੱਲ ਜਾਣ ਤੇ ਭਾਰਤ ਦੇ ਲੋਕ ਇੰਨੇ ਅਣਜਾਣ ਆ ਕਿ ਉਹਨਾਂ ਨੂੰ ਪਤਾ ਨਹੀਂ ਅਸੀਂ ਸਭ ਜਾਣਦੇ ਆ ਤੁਸੀਂ ਜੋ ਸਾਡਾ ਕਰ ਰਹੇ ਆ ਅਸੀਂ ਕੋਈ ਵੀ ਨਹੀਂ ਪਰ ਸਰ ਪੰਜਾਬ ਦੇ ਵਿੱਚ ਵੀ ਜਿਹੜੀ ਬੀਜੇਪੀ ਦੋ ਫਾੜ ਹੋ ਰਹੀ ਆ ਜਾਂ ਕਈ ਫਾੜ ਹੋ ਰਹੀ ਆ ਉਹਦਾ ਮਸਲਾ ਵੀ ਤਾਂ ਉਹਨਾਂ ਨੇ ਉਹਦਾ ਮੁੱਢ ਜਿਹੜਾ ਵਾ ਕਿਸਾਨੀ ਅੰਦੋਲਨ ਨੂੰ ਦੱਸਿਆ ਕਿਸਾਨੀ ਅੰਦੋਲਨ ਦੇ ਪੱਖ ਵਿੱਚ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਲੀਡਰ ਆ ਰਹੇ ਆ ਹੁਣ ਮਾਸਟਰ ਮੋਹਨ ਲਾਲ ਨੇ ਹਾਈ ਕਮਾਂਡ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ 2 ਹਫ਼ਤਿਆਂ ਦਾ ਟਾਈਮ ਦਿੱਤਾ 15 ਦਿਨਾਂ ਦਾ ਕਿ 15 ਦਿਨਾਂ ਦੇ ਵਿੱਚ ਸਾਰਾ ਕੁਝ ਦੇਖਿਆ ਜਾਵੇ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਜਿੰਨੇ ਵੀ ਮੋਦੀ ਸਰਕਾਰ ਦੇ ਤੇ ਸਵਾਲ ਚੁੱਕਣ ਵਾਲੇ ਭਾਜਪਾ ਦੇ ਅੰਦਰਲੇ ਲੋਕ ਹੈ ਮੈਂ ਤਾਂ ਸਾਰਿਆਂ ਦਾ ਸਵਾਗਤ ਕਰਦਾ ਇਹ ਚੰਗੀ ਗੱਲ ਹੈ ਮਤਲਬ ਇਸ ਵੇਲੇ ਉਹ ਪੋਜੀਸ਼ਨ ਹੈ ਜਿਹਦੇ ਵਿੱਚ ਉਹਨਾਂ ਨੂੰ ਆਪਣਾ ਸਭ ਕੁਝ ਦਿਸਦਾ ਉਹ ਕਹਿੰਦੇ ਆ ਇਹਦੇ ਤੋਂ ਵੱਡੀ ਕੀ ਹੋਣੀ ਹੈ
ਅੱਜ ਕਹਿੰਦਾ ਜਿਹੜਾ ਬੰਦਾ ਮੋਦੀ ਦੀ ਇਸ ਨੀਤੀ ਨੂੰ ਸਹੀ ਕਹਿੰਦਾ ਆ ਮਾਸਟਰ ਮੋਹਨ ਕਹਿੰਦਾ ਘਰੋਂ ਬਾਹਰ ਨਿਕਲ ਕੇ ਦਿਖਾ ਦੇ ਤੇ ਜਿਹੜੇ ਪੋਜੀਸ਼ਨ ਬਣ ਚੁੱਕੀ ਆ ਜੇ ਸਾਨੂੰ ਦਿਸਦਾ ਨਹੀਂ ਹੈ ਕਿ ਕਿਸਾਨੀ ਅੰਦੋਲਨ ਦੇ ਨਾਲ ਇਹਨਾਂ ਨੇ ਜਿਸ ਢੰਗ ਦੇ ਨਾਲ ਨਜਿੱਠਿਆ ਆ ਇਹ ਬਿਲਕੁਲ ਹੀ ਗਲਤ ਤਰੀਕਾ ਸੀ। ਠੀਕ ਹੈ ਇਹ ਵੀ ਕਹਿੰਦਾ ਅਸੀਂ 15 ਦਿਨ ਦਾ ਟਾਈਮ ਦਿੰਦੇ ਹਾਂ ਕਿਉਂਕਿ ਇਹਦਾ ਅੰਦਰ ਇੰਨਾ ਵਿਰੋਧ ਹੈ ਸਾਡੇ ਸਾਰੇ ਜਿਹੜੇ ਸਾਡੀ ਸਾਰੀ ਉਮਰ ਦੀ ਜਿਹੜੀ ਕਮਾਈ ਆ ਅਸੀਂ ਮਿੱਟੀ 'ਚ ਮਿਲ ਗਈ ਹੈ। ਲੋਕ ਜਿਹੜੇ ਜਿੱਥੇ ਅਸੀਂ ਇਹ ਨਾਰੇ ਮਾਰਦੇ ਸੀ ਕਿ ਅੱਜ ਅਸੀਂ ਅਕਾਲੀਆਂ ਤੋਂ ਵੱਖਰੇ ਹੋ ਕੇ ਸਰਕਾਰ ਬਣਾਉਣ ਦੇ ਯੋਗ ਆ ਅਸੀਂ ਕਿੱਧਰ ਗਏ। ਠੀਕ ਹੈ ਜੀ। ਔਰ ਜਿਹੜੇ ਅਜੇ ਵੀ ਨਹੀਂ ਦੇਖਦੇ ਪੰਜਾਬ ਦੇ ਜਿਹੜੇ ਉਹਨਾਂ ਦੇ ਪਾਰਟੀ ਦੇ ਆ ਉਹਨਾਂ ਨੂੰ ਕਹਿੰਦਾ ਜਿਹੜੇ ਨੂੰ ਅਜੇ ਵੀ ਨਹੀਂ ਦੱਸਦਾ ਉਹ ਇਹ ਅੱਖਾਂ ਖੋਲੋ ਤੇ ਦੇਖੋ ਧਿਆਨ ਨਾਲ ਕੀ ਹੋ ਰਿਹਾ। ਕਹਿੰਦਾ ਮੇਰੇ ਅਸ਼ਨੀ ਸ਼ਰਮਾ ਤੇ ਦੂਸਰੇ ਤੀਸਰੇ ਜਿੰਨੇ ਆ ਮੇਰੇ ਖਾਣਾ ਤਿਆਰ ਕੀਤੇ ਕਹਿੰਦਾ ਮੈਂ ਤਿਆਰ ਕੀਤਾ ਨਾ ਲੋਕਾਂ ਨੂੰ। ਜਿਹਨਾਂ ਨੇ ਮੋੜੀ ਬਣਾ ਲਿਆ ਤੇ ਜਿਹਨਾਂ ਨੂੰ ਅਕਲ ਹੀ ਨਹੀਂ ਉਹਨਾਂ ਨੇ ਜਾ ਕੇ ਪਾਠ ਪੰਜਾਬ ਦੀ ਬੇਕਰੀ ਹੈ ਜੀ ਦੱਸੀ ਕਿ ਸਾਰਾ ਕੁਝ ਜਿਹੜਾ ਉਹ ਖਰਾਬ ਕਰਤਾ। ਤੇ ਕਹਿੰਦਾ ਇਸ ਕਰਕੇ 75% ਜਿਹੜਾ ਮਤਲਬ ਭਾਜਪਾ ਦਾ ਤੇ ਮੋਦੀ ਆਗੂ ਆ ਉਹ ਮੇਰੇ ਨਾਲ ਹੈ। ਔਰ ਇਹਦੇ ਚ ਕਹਿੰਦਾ ਕੋਈ ਨਹੀਂ ਹੈ ਕਿ ਪਾਰਟੀ ਵਿਰੋਧੀ ਨਹੀਂ ਕਹਿੰਦਾ ਅਸੀਂ ਪਾਰਟੀ ਦੇ ਹੱਕ ਚ ਕਰਕੇ ਕਹਿੰਦੇ ਆ ਕਿਉਂਕਿ ਅੱਜ ਉਹਦੀ ਮੈਂ ਸੁਣੀ ਹੈ ਮੀਡੀਆ ਦੇ ਉੱਤੇ ਹੋਇਆ ਕਹਿੰਦਾ ਅਸੀਂ ਇਹ ਕਹਿੰਦੇ ਆ ਕਿ ਭਾਜਪਾ ਜਿਹੜੀ ਆ ਜਿੱਦੀ ਬੁਰੀ ਹਾਲਤ ਚ ਫਸ ਗਈ ਹੈ ਤੇ ਨਿਕਲੇ ਤੇ ਕਹਿੰਦਾ ਜੇ ਕਿਸੇ ਨੇ ਕਹਿਣਾ ਨਹੀਂ ਮਿਲਣਾ ਠੀਕ ਹੈ ਜੇ ਕਿਸੇ ਨੇ ਇਹਨੂੰ ਕਹਿਣਾ ਇਹ ਬੋਲਦੇ ਹੀ ਕਿਉਂ ਆ ਤਾਂ ਇਹ ਤਰ੍ਹਾਂ ਦਾ ਹੋਣਾ ਅਸੀਂ ਤਾਂ ਸਾਰੇ ਇਕੱਠੇ ਆ ਇਸ ਮਾਮਲੇ ਦੇ ਉੱਤੇ ਜਿਹੜੇ ਚਾਹੁੰਦੇ ਆ ਕਿ ਭਾਜਪਾ ਦੀ ਜਿਹੜੀ ਏਡੀ ਦੁਰਗਤੀ ਨਾ ਹੋਵੇ ਜਦੋਂ ਪਾਰਟੀਆਂ ਕਮਜ਼ੋਰ ਤਾਂ ਹੁੰਦੀਆਂ ਹੀ ਆ ਅਰੇ ਇਸ ਢੰਗ ਦੇ ਨਾਲ ਤੱਕੜੀਆਂ ਕਰੇ ਤਾਂ ਉਸ ਸਭ ਕੁਝ ਤਾਂ ਬਾਕੀ ਨਹੀਂ ਬਚੂ ਉਹ ਗੱਲ ਉਹਦੀ ਸੱਚੀ ਵੀ ਠੀਕ ਹੈ ਜੀ ਕਿਉਂਕਿ ਉਹਦੀ ਉਮਰ ਕਾਫੀ ਲੰਘੀ ਹੈ ਜਿਹੜਾ ਬੜੇ ਉੱਤੇ ਉਧਰ ਦੇ ਗਿਆ ਮੈਂ ਤਾਂ ਕਹਿੰਦਾ ਵੀ ਮਤਲਬ ਦੇਖੋ ਭਾਵੇਂ ਇਹਦੇ ਚ ਰਾਜਨੀਤਿਕ ਲਾਭ ਹੈਗੇ ਜੀ ਕਿ ਉਹ ਦੇਸ਼ ਦੇ ਕਮਾਉਣ ਵਾਲੀਆਂ ਚੋਣਾਂ ਦੇ ਵਿੱਚ ਸਾਡਾ ਸ਼ਕਤੀ ਪਰ ਨਾਲ ਕਿਸੇ ਨੂੰ ਖਤਰਾ ਵੀ ਹੈ ਕਿ ਜੇ ਨਹਿਰ ਏਦਾਂ ਹੀ ਵੱਧਦੀ ਗਈ ਤੇ ਕਿਤੇ ਇਹ ਨਾ ਹੋਵੇ ਕਿ ਕਿਸਾਨ ਜਿਹੜੇ ਆ ਘਰਾਂ ਤੋਂ ਬਾਹਰ ਕੱਢ ਕੇ ਹੱਥ ਬਾਹਾਂ ਬੰਨ੍ਹ ਕੇ ਕਦੇ ਕਰਦੇ ਕਿਸੇ ਕੱਪੇ ਨਾਲ ਬੰਨ੍ਹਦੇ ਹੋਏ ਤਾਂ ਸਵਾਲ ਪੁੱਛੋ ਠੀਕ ਹੈ ਪੁਲਿਸ ਨੇ ਤਾਂ ਸਾਡੀ ਪੁਲਿਸ ਕੀ ਕਰੋਗੇ ਉੱਥੇ ਜਿੱਥੇ ਜ਼ਿਆਦਾ ਲੋਕ ਆ ਗਏ ਨੇ ਉਹਨਾਂ ਨੇ ਹਰਿਆਣੇ ਦਾ ਇਲੈਕਸ਼ਨ ਦੇਖਿਆ ਪਤਾ ਨਹੀਂ ਬਹੁਤ ਕਿ ਜੇ ਹਰਿਆਣੇ ਦੇ ਵਿੱਚ ਸਰਕਾਰ ਆਪਣੀ ਪੁਲਿਸ ਆਪਣੀ ਸਭ ਕੁਝ ਨਹੀਂ ਕਰ ਸਕਦੇ ਆ ਅਗਲੇ ਇੰਨੀ ਫੋਰਸ ਲੈ ਕੇ ਆ ਜਾਂਦੇ ਕਿ ਕਾਨੂੰਨ ਉਹਨਾਂ ਦੇ ਕੀਤੇ ਹੋਏ ਮਾਮਲੇ ਦਰਜ ਸਾਨੂੰ ਵਾਪਸ ਲੈਣੇ ਪੈਂਦੇ ਫਿਰ ਕੀ ਹੋਊਗਾ। ਠੀਕ ਹੈ ਜੀ ਪਟਿ ਸਾਹਿਬ ਹਾਂਜੀ ਸਿਚੁਏਸ਼ਨ ਦੇ ਵਿੱਚ ਪੰਜਾਬ ਦਾ ਸਮਝ ਲਓ ਪੰਜਾਬ ਦਾ ਪਹਿਲਾਂ ਹੀ ਭਾਰਤ ਦਾ ਬੇੜਾ ਕਰਕੇ ਇਹਨਾਂ ਨੇ ਕਰਤਾ ਸੀ ਆਪ ਹੀ ਤੇ ਅਕਾਲੀਆਂ ਦੇ ਨਾਲ ਇਹਨਾਂ ਦਾ ਸਾਹ ਸੁ ਨਿਕਲ ਰਿਹਾ ਅਕਾਲੀ ਪਾਸੇ ਹੋ ਗਿਆ ਤਾਂ ਹੁਣ ਅਕਾਲੀ ਵੀ ਨਾਲ ਆਵਾ ਦੇ ਰਿਹਾ ਸੁਖਬੀਰ ਵੀ ਕਹਿ ਰਿਹਾ ਵੀ ਖਿੱਚ ਦਿਓ ਕੰਮ ਪਟਿ ਸਾਹਿਬ ਜਿਹੜੀ ਕਾਂਗਰਸ ਦੇ ਵਿੱਚ ਫੁੱਟ ਪਈ ਹੋਈ ਸੀਗੀ ਉਹਦੇ ਬਾਰੇ ਪਿੱਛੇ ਜੇ 3 ਮੈਂਬਰੀ ਕਮੇਟੀ ਇੱਕ ਬਣੀ ਉਹਨੇ ਇਕੱਲੇ ਦੇ ਬਿਆਨ ਲਏ ਉਸ ਤੋਂ ਬਾਅਦ ਰਿਪੋਰਟ ਜਿਹੜੀ ਸੀ ਹਾਈ ਕਮਾਂਡ ਨੂੰ ਦੇਤੀ ਹਾਈ ਕਮਾਂਡ ਨੇ ਪਤਾ ਨਹੀਂ ਅਜੇ ਕੀ ਕਰਨਾ ਜਾਂ ਕਦੋਂ ਕਰਨਾ। ਮੈਨੂੰ ਲੱਗਦਾ ਜਿਹੜਾ ਬੰਦੇ ਬਾਗੀ ਸੁਰਾਂ ਰੱਖਦੇ ਸੀ ਉਹਨਾਂ ਨੇ ਆਪਦੇ ਬਾਗੀ ਸੁਰਾਂ ਦੀਆਂ ਜਿਹੜੀਆਂ ਤਿੱਖੀਆਂ ਕਰਤੀਆਂ ਫਿਰ ਦੁਬਾਰਾ। ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦਾ ਨਾ ਮੈਂ ਕਾਂਗਰਸੀ ਨਾ ਮੈਂ ਅਕਾਲੀ ਮੈਂ ਤਾਂ ਪੰਜਾਬੀ ਆ। ਇਹ ਤੋਂ ਕੀ ਮਤਲਬ ਹੈ ਜੀ ਤੁਹਾਡਾ? ਦੇਖੋ ਪ੍ਰਗਟ ਸਿੰਘ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਐਪੀਸੋਡ ਤੋਂ ਮੈਂ ਦੋਸ਼ ਲਾਇਆ ਬਹੁਤ ਗੰਭੀਰ ਔਰ ਜਿਹਦੇ ਸਬੂਤ ਵੀ ਹੈ ਉਹਦੇ ਚ ਕਰੋੜਾਂ ਰੁਪਏ ਦੇ ਘਪਲੇ ਬਾਦਿਆਂ ਨੂੰ ਕਿੱਦਾਂ ਛਡਾਇਆ ਗਿਆ ਕਿੱਦਾਂ ਕੈਪਟਨ ਸਰਕਾਰ ਨੇ ਉਹਨਾਂ ਨੂੰ ਬਚਾਇਆ ਉਹ ਸਾਰਾ ਕੁਝ ਕਹਿੰਦਾ ਮੇਰੇ ਕੋਲ ਹੈ। ਤਾਂ ਮੈਂ ਕਹਿੰਦਾ ਇਹ ਗੱਲ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਂ ਪਾਰਟੀ ਵਿਰੋਧੀ ਹਾਂ ਗੱਲ ਉਹ ਵੀ ਉਹੀ ਕਰ ਰਿਹਾ ਜਿਹੜੀ ਭਾਸ਼ਾ ਦੇ ਵਿੱਚ ਦੇ ਉਹ ਪੁੱਛੇ ਕਰ ਰਹੇ ਉਹ ਕਹਿੰਦਾ ਕਿ ਇਹ ਪਾਰਟੀ ਨੂੰ ਬਚਾਉਣਾ ਚਾਹੁੰਦੇ ਠੀਕ ਹੈ ਕਹਿੰਦਾ ਮੇਰਾ ਹੁਣ ਤੱਕ ਦਾ ਤਜਰਬਾ ਰਿਹਾ ਆ ਕਿ ਜੋ ਕੁਝ ਅਕਾਲੀ ਕਰਦੇ ਸੀ ਉਸ ਤੋਂ ਬਾਅਦ ਤਾਂ ਸਰ ਇਹਨੇ ਵੀ ਛੱਡੀ ਕੋਈ ਠੀਕ ਹੈ ਜਿਹੜੇ ਇੱਥੋਂ ਤੱਕ ਕਿ ਅਕਾਲੀਆਂ ਦੇ ਉੱਪਰ ਕੇਸ ਪਾਏ ਹੋਏ ਸੀ ਕਰਪਸ਼ਨ ਦੇ ਵੀ ਦੂਸਰੇ ਵੀ ਸਾਰੇ ਜਿਹੜੇ ਬੜੀ ਹੁਸ਼ਿਆਰੀ ਦੇ ਨਾਲ ਉਹਨਾਂ ਨੂੰ ਪਤਾ ਕਰਦਾ ਜਿਹਨਾਂ ਨੂੰ ਹਾਈ ਕੋਰਟ ਚੋਂ ਕੇਸ ਕਰਕੇ ਦੂਸਰੇ ਕਰਕੇ ਬਦਲੇ ਸੋ ਇਸ ਕਰਕੇ ਜਿਹੜਾ ਗੱਲ ਇਹ ਆ ਕਿ ਇਹ ਸਾਰੇ ਕੁਛ ਦੇ ਵਿਰੋਧ ਦੇ ਵਿੱਚ ਮੈਂ ਇਸ ਕਰਕੇ ਆ ਕਿ ਮੈਂ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦਾ ਭਲਾ ਚਾਹੁਣ ਲਈ ਇਸ ਰਾਜਨੀਤੀ 'ਚ ਆਇਆ ਸੀ ਤਾਂ ਕਿ ਇਸ ਗੱਲ ਲਈ ਕਿ ਜਿੰਨੇ ਵੀ ਮਤਲਬ ਸਾਡੀ ਮਾਂ ਪ੍ਰਤਿਸ਼ਠਾ ਹੈਗੀ ਉਹਨੂੰ ਵਰਤ ਕੇ ਵੋਟਾਂ ਲੈਣ ਤੇ ਸਰਕਾਰਾਂ ਬਣਾਉਣ ਤੋਂ ਬਾਅਦ ਇਹ ਕਰਪਸ਼ਨ ਨਹੀਂ ਕਰਦਾ। ਠੀਕ ਹੈ ਜੋ ਸਿੱਧੂ ਦਾ ਤੇ ਜਿਹੜਾ ਆਪਸੀ ਜਿਹਨਾਂ ਦਾ ਗਰੁੱਪ ਕਰ ਰਿਹਾ ਇਹ ਵੱਖਰੇ ਅੰਗਲ ਤੋਂ ਕਰ ਰਿਹਾ ਕਿ ਪੰਜਾਬ ਨੂੰ ਬਚਾ ਲਿਆ ਜਾਵੇ। ਪਾਰਟੀ ਜਿਹੜੀ ਹੈਗੀ ਉਹਨਾਂ ਕੋਲੋਂ ਸਵਾਲ ਕਰਦੇ ਆ ਲੋਕਾਂ ਨੇ ਕਿਉਂਕਿ
ਪਿੰਡ ਪਿੰਡ ਦੇ ਵਿੱਚ ਲੋਕ ਜਾਗਰੂਕ ਆ, ਲੋਕ ਸਮਝਦੇ ਆ ਕੀ ਵਾਪਰਦਾ। ਇਸ ਕਰਕੇ ਸਾਰੀ ਗੱਲ ਜਿਹੜੀ ਹੈਗੀ ਹੈ ਬੜੀ ਜ਼ਰੂਰੀ ਬਣਦੀ ਆ, ਪਰ ਕਹਿੰਦੇ ਸਾਡੀ ਕੋਈ ਗੱਲ ਸੁਣਨ ਵਾਲਾ ਨਹੀਂ। ਪਰ ਉਹ ਦੇਖੋ ਜੀ ਅੱਜ ਦੀ ਖਬਰ ਹੈ ਭੱਟੀ ਸਾਹਿਬ, ਅੱਜ ਦੀ ਖਬਰ ਹੈ, ਇਹ ਗੱਲ ਤਾਂ ਸ਼ੁਰੂ ਹੋਈ ਸੀ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਚ ਨਵਤੇਜ ਸਿੰਘ ਚੀਮਾ, ਪਹਿਲਾਂ ਤਾਂ ਉਹਦੇ ਫਾਦਰ ਹੁੰਦੇ ਸੀ ਮੰਤਰੀ, MLA ਰਹੇ, ਮੰਤਰੀ ਰਹੇ, ਬਾਅਦ ਚ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੇ ਲੜਕੇ ਨਵਤੇਜ ਸਿੰਘ ਚੀਮਾ ਨੇ ਡਾਕਟਰ ਰਵਿੰਦਰਜੀਤ ਕੌਰ ਨੂੰ ਹਰਾਇਆ, ਜਿਹੜੀ ਪੰਜਾਬ ਦੀ ਸਿੱਖਿਆ ਮੰਤਰੀ ਵੀ ਰਹੀ, ਫਾਈਨੈਂਸ ਮਿਨਿਸਟਰ ਵੀ ਰਹੀ, ਬੜੇ ਵੱਡੇ ਅਕਾਲੀ ਲੀਡਰ ਦੀ ਧੀ ਹੈ। ਉਹਨੇ ਸ਼ੁਰੂ ਕੀਤੇ ਸੀਗੇ ਜੀ ਪੋਸਟਰ ਲਾਉਣੇ, ਵੱਡੀਆਂ ਵੱਡੀਆਂ ਹੋਰਡਿੰਗ ਲਾਉਣੀਆਂ, ਸਾਡਾ ਸਾਂਝਾ ਨਾਰਾ ਕੈਪਟਨ ਹੀ ਦੁਬਾਰਾ। ਉੱਥੋਂ ਗੱਲ ਸ਼ੁਰੂ ਹੋਈ ਸੀਗੀ। ਹੁਣ ਇਹ ਜਿਹੜੀ ਹੈ ਇਹ ਜਲੰਧਰ ਛਾਉਣੀ, ਜਿਹੜਾ ਪ੍ਰਗਟ ਸਿੰਘ ਦਾ ਆਪਦਾ ਹਲਕਾ, ਉੱਥੇ ਜਾ ਵੜੀ, ਉੱਥੇ ਵੀ ਵੱਡੀਆਂ ਵੱਡੀਆਂ ਹੋਰਡਿੰਗ ਲੱਗ ਗਈਆਂ। ਇਹਦੇ ਪਿੱਛੇ ਕੀ ਲੱਗਦਾ? ਕੋਈ ਕੈਪਟਨ ਨੂੰ ਇਸ ਗੱਲ ਦਾ, ਜਾਂ ਕੈਪਟਨ ਦੇ ਹਮਾਇਤੀਆਂ ਨੂੰ ਇਸ ਗੱਲ ਦਾ ਡਰ ਲੱਗ ਰਿਹਾ ਕਿ ਸਾਡੇ ਕੈਪਟਨ ਦੀ ਜਿਹੜੀ ਹੈ ਛਵੀ ਜਿਹੜੀ ਆ ਉਹ ਖਰਾਬ ਹੋ ਰਹੀ ਹੈ, ਜਾਂ ਫਿਰ ਇੱਕ ਚੋਣ ਮੁਹਿੰਮ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ? ਬਣਾ ਰਿਹਾ ਆ ਕਿ ਕਿਤੇ ਨਾ ਹੋਵੇ ਕਿ ਕੈਪਟਨ ਦਾ ਵਿਰੋਧ ਇੰਨਾ ਤਿੱਖਾ ਹੋ ਜਾਏ ਕਿ ਕੈਪਟਨ ਨੂੰ ਵੀ ਜੇ ਇਹੋ ਜਿਹੀਆਂ ਹਾਲਤਾਂ ਚ ਭਾਰਤ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਰੁਕੋ ਸਕਦੇ ਆ। ਕਾਂਗਰਸ ਕਿਤੇ ਇਹ ਨਾ ਸਮਝੇ ਕਿ ਕੈਪਟਨ ਦਾ ਵੀ ਜਿਹੜਾ ਚਿਹਰਾ ਹੈ ਪਾਸੇ ਕਰਕੇ ਹੋਰ ਦੇਖ ਲਈਏ ਤੇ ਜੀ ਕਰੂੰ। ਅੱਛਾ ਠੀਕ ਹੈ। ਔਰ ਦੇਖੋ ਅੱਜ ਜਿਹੜਾ ਹਾਈ ਕਮਾਂਡ ਹੈ ਉਹ ਇਹ ਤਾਂ ਬਰਦਾਸ਼ਤ ਨਹੀਂ ਕਰ ਸਕਦੀ ਕਿ ਪੰਜਾਬ ਤੋਂ ਅਸੀਂ ਪੂਰੀ ਤਰ੍ਹਾਂ ਪਹਿਲਾਂ ਹੀ ਹਾਲਾਤ ਖਰਾਬ ਹੈ, ਪੰਜਾਬ ਚ ਵੀ ਏਦਾਂ ਹੋ ਜਾਣ। ਉਹਨਾਂ ਦੀ ਅਜੇ ਤੱਕ ਤੇ ਕੋਸ਼ਿਸ਼ ਹੈ ਕਿ ਦੋਵਾਂ ਤੇ ਰਹਿਣਾ ਬਣਾ ਦੇ। ਠੀਕ ਹੈ ਜੀ। ਬਣਾ ਕੇ ਕੁਝ ਇਸ ਢੰਗ ਦੇ ਫੈਸਲੇ ਕਰਕੇ ਪੰਜਾਬ ਦੇ ਵਿੱਚ ਜਿਹਦੇ ਨਾਲ ਕੁਝ ਮਤਲਬ ਖਤਰਾ ਹੋ ਜਾਏ। ਉਹਦੇ ਵਿੱਚ ਇਹ ਕੋਸ਼ਿਸ਼ ਹੈਗੀ ਹੈ ਕਿ ਜੇ ਨਵਜੋਤ ਸਿੱਧੂ ਜਿਹੜਾ ਉਹਨੂੰ ਮੁੱਖ ਮੰਤਰੀ ਬਣਾਤਾ ਜਾਵੇ। ਇਹ ਪਰ ਨਵਜੋਤ ਸਿੱਧੂ ਦੀ ਜਿੱਥੇ ਤੱਕ ਵਿਚਾਰਾਂ ਦੀ ਗੱਲ ਹੈ, ਉਹ ਕਹਿੰਦਾ ਵੀ ਜੋ ਕੁਝ ਪਿੱਛੇ ਕੀਤਾ ਹੀ ਨਹੀਂ। ਹਾਂਜੀ। ਇਹ ਚੋਣਾਂ ਦੇ ਵਿੱਚ ਸਵਾਲ ਚੁੱਕਣੇ ਉਹਦਾ ਮੈਂ ਇੱਜ਼ਤਦਾਰ ਕਿਉਂ ਬਣਾ ਜੀ। 4 ਮਹੀਨੇ ਦਾ ਸਾਰਾ ਦਿਮਾਗ ਮੁੱਖ ਮੰਤਰੀ ਬਣਾ ਕੇ ਖੜ ਕੀ ਹੋਇਆ। ਉਸ ਨਾਲ ਇਹ ਗੱਲ ਹੈ, ਗੱਲ ਉਹਦੀ ਰੇਟ ਉਹਦੀ ਵੀ ਸਹੀ ਹੈ। ਨਹੀਂ ਪਰ ਉਹਨੇ ਪਰ ਸਮਾਂ ਤਾਂ ਭੱਟੀ ਸਾਹਿਬ ਉਹਨੇ ਵੀ ਤਾਂ ਖਰਾਬ ਕੀਤਾ ਹੀ ਆ ਨਾ। ਉਹਨੇ ਆਪਦਾ ਜਿਹੜਾ ਉਹਨੂੰ ਮੰਤਰੀ ਮੰਡਲ ਵਿੱਚ ਉਹਦੇ ਤਾਂ ਇੱਧਰ ਉਧਰ ਹੁੰਦੇ ਚੇਂਜ ਹੁੰਦੇ, ਤੇ ਕਿਉਂ ਨਹੀਂ ਉਹਨੇ ਜਿਹੜਾ ਨਵਾਂ ਉਹਦਾ ਦਿੱਤਾ ਸੀ, ਉਹਨੇ ਉਹਨੂੰ ਉਸ ਤੇ ਕੁਰਸੀ ਤੇ ਕਿਉਂ ਨਹੀਂ ਬੈਠਾ ਜਾ ਕੇ? ਨਹੀਂ ਇਹ ਸਵਾਲ ਨੂੰ ਤਾਂ ਦੂਰੇ ਤਰ੍ਹਾਂ ਵੀ ਸੋਚੋ ਕਿ ਜਦੋਂ ਉਹਨੇ ਮੁੱਦੇ ਖੜੇ ਕੀਤੇ ਕਰਪਸ਼ਨ ਦੇ, ਹੇਰਾਫੇਰੀ ਦੇ, ਬੇਈਮਾਨੀ ਦੇ, ਜਿੰਨਾ ਉੱਤੇ ਕੇਵਲ ਮਾਫੀਆ, ਰੇਤ ਮਾਫੀਆ, ਦੂਸਰਾ ਮਾਫੀਆ, ਇਹਨਾਂ ਨੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਦੂਸਰਾ ਉਹਦੀ ਬਜਾਏ ਇਹਨੂੰ ਉਹਨਾਂ ਨੇ ਖੁੱਲੇ ਲਾਇਆ ਵੀ ਇਹ ਸਵਾਲ ਖੜੇ ਕਰਤਾ ਤੇ ਇਹਨੂੰ ਬਿਜਲੀ ਘੱਟ ਭਾਦੇ ਦੇ ਬਿਜਲੀ ਘੱਟ ਦੇ ਵਿੱਚ ਕਰੰਟ ਕਿੰਨਾ ਉਹਨਾਂ ਨੇ ਕਿੰਨਾ ਜਾਂਦਾ ਆਪਣੇ ਪਾਸੇ ਆ। ਭੱਟੀ ਸਾਹਿਬ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਜੀ, ਜਦੋਂ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਸਪੋਕਸਮੈਨ ਦੇ ਤੌਰ ਤੇ, ਜਾਂ ਕਹਿ ਲਓ ਵੀ ਜਿਹੜੀ ਉਹ ਕੰਪੇਨ ਕਮੇਟੀ ਹੈਗੀ ਸੀ ਉਹਦੇ ਚ ਸ਼ਾਮਲ ਕਰਕੇ ਦੂਜਿਆਂ ਸੂਬਿਆਂ ਦੇ ਵਿੱਚ ਭੇਜਿਆ ਗਿਆ, ਉੱਥੋਂ ਪੱਤਰਕਾਰਾਂ ਨੇ ਪੁੱਛਿਆ ਸੀ ਤੁਹਾਡੇ ਕੈਪਟਨ ਦੀ ਗੱਲ ਤੇ ਨਹੀਂ ਕਹੀ, ਕਿਹੜਾ ਕੈਪਟਨ? ਮੇਰਾ ਕੈਪਟਨ ਤਾਂ ਜਿਹੜਾ ਵਾ ਰਾਹੁਲ ਗਾਂਧੀ ਹੈ। ਠੀਕ ਹੈ ਨਾ? ਇਹੋ ਜਿਹੀਆਂ ਗੱਲਾਂ ਜਦੋਂ ਮੂੰਹ ਕੱਢਦੇ ਆ ਤੇ ਫਿਰ ਨੈਚੁਰਲੀ ਕੈਪਟਨ ਨੂੰ ਵੀ ਤਾਂ ਕਿਸੇ ਗੱਲ ਦਾ ਗੁੱਸਾ ਲੱਗਣਾ ਸੀ ਨਾ ਜੀ। ਮਤਲਬ ਇਹ ਆ ਕਿ ਜਿਹੜੇ ਸਟੈਂਡ ਦੇ ਉੱਤੇ ਉਹ ਖੜਾ ਸੀ ਉਹਦੇ ਤੇ ਕਰਪਸ਼ਨ ਦਾ ਇੱਕ ਵੀ ਦੋਸ਼ ਅਜੇ ਤੱਕ ਨਹੀਂ ਲਗਾ ਸਕਦਾ। ਕੈਪਟਨ ਵੱਡੇ ਬਲੰਦੇ ਲੈ ਕੇ ਗਿਆ ਸੀ ਉੱਥੇ। ਪ੍ਰਗਟ ਸਿੰਘ ਨੇ ਵੀ ਕਿਹਾ ਕਿ ਸਾਨੂੰ ਮਤਲਬ ਸਪਸ਼ਟ ਕਰੇ ਕਿ ਕੀ ਅਸੀਂ ਕਰਪਸ਼ਨ ਕੀਤੀ, ਸਾਨੂੰ ਦੱਸੇ, ਅਸੀਂ ਜਵਾਬ ਦਿਆਂਗੇ। ਠੀਕ ਹੈ। ਬਾਕੀ ਜਿਹੜੇ ਕਰਪਟ ਬੰਦੇ ਉਹ ਬੰਦੇ ਦੋਸ਼ੀਆਂ ਤੇ ਜਿਹੜੇ ਭੇਜਿਆ ਸਾਰੇ ਉਹ ਕੀ ਹੈ ਸਵੇਤਾ ਉਹਦੇ ਨਾਲ। ਚਲੋ ਇਹ ਤਾਂ ਬੈਠ ਦਾ ਵਿਸ਼ਾ, ਮਤਲਬ ਇਹ ਆ ਕਿ ਇਸ ਵੇਲੇ ਜਿਹੜਾ ਰੇਲਕਾ ਬਣਿਆ ਆ ਉਹਦਾ ਹੱਲ ਤਾਂ ਜ਼ਰੂਰੀ ਹੈ ਨਾ। ਜੇ ਮੰਨ ਲਓ ਉਹਦਾ ਹੱਲ ਨਹੀਂ ਹੋਊਗਾ ਤੇ ਇਹਦਾ ਫਾਇਦਾ ਕੀ ਆਏਗਾ? ਉਹ ਪ੍ਰਧਾਨ ਮੰਤਰੀ ਰਹਿ ਜਾਵੇ ਜਾਂ ਆਪਾਂ ਕੀ ਜਾਏਗਾ, ਇਹਦਾ ਵੀ ਕੀ ਕਿਸੇ ਤਰ੍ਹਾਂ ਦੀ ਲੱਗੂ। ਭੱਟੀ ਸਾਹਿਬ ਜਿਹੜੀ ਇਹ ਕੈਪਟਨ ਦੇ ਵੱਲੋਂ ਹੁਣ ਆਖਰੀ ਕੁਝ ਮਹੀਨਿਆਂ ਦੇ ਵਿੱਚ ਆਪਦੀ ਕੁਰਸੀ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਬਹੁਤ ਸਾਰੀਆਂ ਸਕੀਮਾਂ ਲਾਂਚ ਕੀਤੀਆਂ ਜਾ ਰਹੀਆਂ, ਜਿਹੜੀਆਂ ਕੁਝ ਸਕੀਮਾਂ ਹੋ ਗਈਆਂ ਸ਼ੁਰੂ, ਕੁਝ ਜੁਲਾਈ ਦੇ ਪਹਿਲੇ ਹਫ਼ਤੇ ਹੋਣੀਆਂ, ਵੱਖਰੇ ਪ੍ਰੋਜੈਕਟ ਉਡੀਕੇ ਜਾ ਰਹੇ ਆ, ਬੜੀਆਂ ਸਰਗਰਮੀਆਂ ਦਿਖਾਈਆਂ ਜਾ ਰਹੀਆਂ।
ਇਹਦੀ ਇੱਕ ਹੋਰ ਸਰਗਰਮੀ ਸਾਹਮਣੇ ਆਈ ਜੀ, ਇਦਾਂ ਦੀ ਗੱਲ ਨਹੀਂ। ਕੈਪਟਨ ਸਾਹਿਬ ਕਹਿੰਦੇ ਆ ਵੀ ਸਕੂਲਾਂ 'ਚ ਜਿਹੜੀਆਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦੀ ਜਿਹੜੀਆਂ ਸੰਭਾਵਨਾਵਾਂ ਉਹ ਤਲਾਸ਼ੀਆਂ ਜਾਣ, ਇਹਦੇ ਲਈ ਉਹਨਾਂ ਨੇ ਆਰਡਰ ਕਰਤੇ। ਉਹ ਕਹਿੰਦੇ ਜੀ ਪੰਜਾਬ ਦੇ ਸਕੂਲਾਂ 'ਚ ਅਰਬੀ ਵੀ ਪੜ੍ਹਾਈ ਜਾਊਗੀ, ਫਾਰਸੀ ਵੀ ਪੜ੍ਹਾਈ ਜਾਊਗੀ, ਚੀਨੀ ਭਾਸ਼ਾ ਵੀ ਪੜ੍ਹਾਈ ਜਾਊਗੀ, ਫ੍ਰੈਂਚ ਵੀ ਪੜ੍ਹਾਈ ਜਾਊਗੀ। ਇਹ ਕੀ ਲੱਗਦਾ, ਇਹ ਸ਼ੋਸ਼ਾ ਹੀ ਆ ਜਾਂ ਕੋਈ ਇਦਾਂ ਦੀ ਸੰਜੀਦਗੀ ਵਾਲੀ ਗੱਲ ਵੀ ਲੱਗਦੀ? ਦੇਖੋ ਗੱਲ ਇਹ ਹੈ ਕਿ ਜੇ ਅਸੀਂ ਤੋਂ ਲਈਏ, ਮਤਲਬ ਜੇ ਕਿਸੇ ਨੇ ਇਮਾਨਦਾਰੀ ਨਾਲ ਇਦਾਂ ਦੀ ਯੋਜਨਾ ਬਣਾਈ ਹੈ ਕਿ ਵਿਦੇਸ਼ੀ ਭਾਸ਼ਾ ਜਿਹੜੀਆਂ ਹੈਗੀਆਂ ਉਹ ਸਿੱਖਣੀਆਂ ਚਾਹੀਦੀਆਂ, ਇਹ ਮਾੜੀ ਗੱਲ ਨਹੀਂ। ਠੀਕ ਹੈ। ਅਸੀਂ ਬਾਹਰ ਬੈਠੇ ਸਾਨੂੰ ਪਤਾ ਹੈ ਕਿ ਇੱਥੇ ਆ ਕੇ ਲੈਂਗੁਏਜ ਦੀਆਂ ਪ੍ਰੋਬਲਮ ਕਿੰਨੀਆਂ ਆਉਂਦੀਆਂ ਤੇ ਬੱਚੇ ਕਿੰਨਾ ਨਤੀਜੇ ਜਾਂਦੇ ਆ। ਠੀਕ ਹੈ। ਜਿਹੜੇ ਪੜ੍ਹਨ ਆਉਂਦੇ ਆ। ਠੀਕ ਹੈ। ਇਹ ਤਾਂ ਇੱਕ ਚੰਗੀ ਸ਼ੁਰੂਆਤ ਹੈ, ਪਰ ਸਵਾਲ ਤਾਂ ਇੱਥੇ ਇਹ ਆ ਕਿ ਜਿੱਥੇ ਸਕੂਲ ਦੇ ਅਧਿਆਪਕ ਹੀ ਹੈ ਨਹੀਂ, ਪਹਿਲਾਂ ਜਿਹੜਾ ਕੰਮ ਕੀਤਾ ਉਹ ਮਤਲਬ ਉਹਦਾ ਕੋਈ ਹੱਲ ਨਹੀਂ। ਤੇ ਜੇ ਅਧਿਆਪਕ ਨੌਕਰੀ ਮੰਗਦੇ ਆ ਤਾਂ ਉਹਨਾਂ ਨੂੰ ਡਾਂਗਾ ਮਾਰ ਕੇ ਮਤਲਬ ਸੜਕਾਂ ਤੇ ਲੰਮੇ ਪਾਪਾ ਪੁੱਤਰ ਤੋਂ ਟਰਾਲੀਆਂ ਦੇ ਟੈਂਕੀਆਂ ਤੇ ਜਾ ਕਰਕੇ ਆਪਣੀਆਂ ਮੰਗਾਂ ਕਰਾਉਣ, ਉਹਨੂੰ ਸੁਧਾਰ ਦਿੰਦੇ। ਇਹ ਦੇਖੋ ਨਾ ਕਿ ਲੋਕ ਭੁੱਖੇ ਬੈਠੇ, ਉਹਨਾਂ ਕੋਲ ਰੋਟੀ ਹੈ ਨਹੀਂ, ਤੇ ਕੈਪਟਨ ਸਾਹਿਬ ਐਲਾਨ ਕਰਨ ਵੀ ਪਰੌਂਠੇ ਜਿਹੜੇ ਉਹਨਾਂ ਦਾ ਘਿਓ ਐਸ ਕੰਪਨੀ ਦਾ ਲੈ ਕੇ ਲੱਗ ਜੇ ਤੇ ਚੰਗਾ ਰਹੂਗਾ। ਠੀਕ ਹੈ। ਇਹ ਕਿਦਾਂ ਪ੍ਰੋਗਰਾਮ ਗਾ ਕੇ ਉਹ ਕਹਿੰਦਾ ਸਕੂਲ ਦਾ ਦੇਖ ਲਓ, ਤੁਹਾਡੇ ਸਕੂਲਾਂ ਦਾ ਸਟਾਫ ਹੈਗਾ, ਜਿਹੜੇ ਸਕੂਲ ਜਿਹੜੇ ਆ ਜਿਹੜੀਆਂ ਲੈਂਗੁਏਜ ਜਿਹੜੀਆਂ ਉਹ ਪੜ੍ਹਾਉਣਾ ਚਾਹੁੰਦੇ ਆ, ਚੀਜ਼ਾਂ ਮਾੜੀਆਂ ਨਹੀਂ, ਵਧੀਆ ਗੱਲ ਹੈ। ਹਾਂਜੀ ਹਾਂਜੀ ਹਾਂਜੀ। ਇਹਦੇ ਨਾਲ ਜਿਹੜੇ ਸਾਡੀ ਬੇਸਿਕ ਜੋ ਸਿਸਟਮ ਪਹਿਲਾਂ ਬਣਿਆ ਉਹਦਾ ਠੀਕ ਰਹਿਣਾ ਚਾਹੀਦਾ ਕਿ ਨਹੀਂ? ਠੀਕ ਹੈ, ਬਿਲਕੁਲ। ਜਿਹੜਾ ਸਿਲੇਬਸ ਪਹਿਲਾਂ ਆਏਗਾ ਉਹ ਸਿਲੇਬਸ ਤਾਂ ਪੂਰਾ ਹੋਵੇ, ਬੱਚੇ ਇੱਕ ਅਧਿਆਪਕ ਜਿਹੜਾ ਮਤਲਬ ਇੱਕ ਸਕੂਲ ਜਿਹੜੇ ਚਲਾਉਣਾ ਪੂਰਾ, ਕਿਤੇ 2 ਅਧਿਆਪਕ ਹੈ, ਕਿਤੇ 4 ਹੈ, ਪੋਸਟਾਂ ਖਾਲੀ ਪਈਆਂ। ਠੀਕ ਹੈ। ਅਧਿਆਪਕ ਜਿਹੜੇ ਪੜ੍ਹ ਦੇਖ ਕੇ ਸੜਕਾਂ ਤੇ ਤੁਰੇ ਫਿਰਦੇ ਆ, ਮਤਲਬ ਉਹ ਕਹਿੰਦੇ ਸਾਨੂੰ ਨੌਕਰ ਰੱਖੋ, ਉਹਨਾਂ ਤੇ ਮਤਲਬ ਇਹੋ ਜਿਹੇ ਕੀਤੀ ਬੈਠ ਕੇ ਆਹ ਕੋਰਸ ਵੀ ਕਰ ਲਓ, ਇਹ ਵੀ ਕਰ ਲਓ, ਉਹ ਵੀ ਕਰ ਲਓ, ਰਿਜੈਕਟ ਪਾਸ ਕਰੀ, ਉਹ ਪਤਾ ਨਹੀਂ ਮੈਂ ਤਾਂ ਉਹਦਾ ਨਾ ਕੀ ਹੈ, ਉਹ ਸਾਰਾ ਕੁਝ ਕਰਨ ਤੋਂ ਬਾਅਦ ਇਹਦੇ ਆ ਕੇ ਲਓ ਜੀ ਪੜ੍ਹ ਲਿਆ, ਪਾਸ ਹੋ ਗਏ, ਹੁਣ ਫਿਰ ਨੌਕਰੀ ਕੁਛ ਨਹੀਂ। ਠੀਕ ਹੈ। ਭੱਟੀ ਸਾਹਿਬ ਕਰੋਨਾ ਦੀ ਗੱਲ ਕਰ ਲਈ। ਹਾਂਜੀ, ਕਰੋਨਾ ਦੀ ਗੱਲ ਕਰੀਏ ਭੱਟੀ ਸਾਹਿਬ, ਰਿਪੋਰਟਾਂ ਕੁਝ ਹੋਰ ਦੀਆਂ ਹੋਰ ਹੀ ਆ ਰਹੀਆਂ। ਆਪਾਂ ਪਿਛਲੇ 2-3 ਦਿਨ ਤੋਂ ਲਗਾਤਾਰ ਇਹ ਹਵਾਲੇ ਦੇ ਰਹੇ ਸੀ, ਤੁਸੀਂ ਵੀ ਮੈਂ ਵੀ, ਕਿ ਇੰਡੀਆ ਦੇ ਵਿੱਚ ਕਰੋਨਾ ਦੀ ਹਾਲਤ ਜਿਹੜੀ ਆ ਉਹ ਕਾਫੀ ਚੰਗੀ ਆ। ਹੁਣ ਉੱਥੋਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਉਹ ਸੰਤੁਸ਼ਟੀ ਵਾਲੀਆਂ ਆ ਰਹੀਆਂ, ਅੱਗੇ ਤੋਂ ਘੱਟ ਮੌਤਾਂ ਹੋ ਰਹੀਆਂ। ਪਰ ਬਾਅਦ ਵਿੱਚ ਨਵਾਂ ਖੁਲਾਸਾ ਹੋ ਗਿਆ ਜੀ, ਜਿਹੜੀਆਂ ਰਿਪੋਰਟਾਂ ਪਹਿਲਾਂ ਸਰਕਾਰੀ ਪੱਧਰ ਤੇ ਦੱਸੀਆਂ ਗਈਆਂ ਉਹ ਸਾਰੀਆਂ ਗਲਤ ਸੀ, ਉਲਟ ਹੋ ਗਈਆਂ। ਇਹ ਕੀ ਮਸਲਾ ਜੀ? ਕਰੋਨਾ ਦੀ ਗੱਲ ਹੈ, ਉਹਦੇ ਕੇਸ ਘੱਟ ਹੋਏ ਆ, ਉਹ ਕਾਬੂ ਵਿੱਚ ਆ ਰਿਹਾ, ਪਰ ਜਿਹੜੇ ਝੂਠ ਬੋਲਦੇ ਆ ਲੋਕਾਂ ਕੋਲ ਛੁਪਾਇਆ ਗਿਆ ਸਾਰਾ ਕੁਝ, ਉਹ ਦੇਸੀ ਮੀਡੀਆ ਨੇ ਸਾਰਾ ਇੰਨਾ ਕਰਤਾ। ਹਾਂਜੀ, ਹੁਣ ਜਦੋਂ ਸਭ ਕੁਝ ਹੀ ਨੰਗਾ ਹੋ ਗਿਆ ਤੇ ਕਿੰਨਾ ਕੁ ਬੋਲਿਆ ਜਾਊਗਾ? ਹਾਂਜੀ, ਜਿਹੜਾ ਥੋੜਾ ਬਹੁਤਾ ਫਰਕ ਹੋਵੇ ਨਾ ਫਿਰ ਲੋਕ ਜੇ ਫਰਕ ਹੀ ਇੰਨਾ ਵੱਡਾ ਹੁੰਦਾ। ਬਿਹਾਰ ਦੀ ਮੈਂ ਤੁਹਾਨੂੰ ਨੁਕਸਾਨ ਦੱਸਾਂ ਤੇ ਬਿਹਾਰ ਵਿੱਚ ਸਰਕਾਰ ਨੇ ਕਿਹਾ ਸੀ ਕਿ ਸਾਡੇ ਵੀ ਕੋਈ ਮਤਲਬ 5,500 ਬੰਦੇ ਜਿਹੜੇ ਆ ਉਹਨਾਂ ਦੀ ਮੌਤ ਹੋਈ, ਤੇ ਹੁਣ ਇੱਕ ਛੋਟੀ ਹੋਈ ਰਿਪੋਰਟ ਲੈਣ ਦੀ ਉਹ ਚ ਕਹਿੰਦੇ ਕਿ 9,500 ਹੈ, 5,500 ਤੇ ਅਸਲ ਵੀ ਕਹਿੰਦੇ ਵੀ ਮਤਲਬ ਭੇਜ ਬਣਿਆ। ਠੀਕ ਹੈ ਜੀ। ਫਿਰ ਇਸੇ ਤਰ੍ਹਾਂ ਹੀ BBC ਦੇ ਇੱਕ ਸਰਵੇ ਰਿਪੋਰਟ ਆਈ ਆ ਜਿਹਦੇ ਵਿੱਚ ਪਿੰਡਾਂ 'ਚ ਗਏ, ਜਿਹੜਾ ਯੂਪੀ ਦੇ ਪਿੰਡਾਂ 'ਚ ਗਏ ਆ, ਉਹ ਕਹਿੰਦੇ ਜੀ ਪਿੰਡਾਂ ਦੀ ਇਹ ਹਾਲਤ ਆ ਕਿ ਜੇ ਆਪਾਂ ਐਵਰੇਜ ਲਾਈਏ ਤੇ 20-25-30 ਤੱਕ ਲੋਕ ਮਰੇ ਆ ਹਰ ਦਿਨ, ਤੇ ਕਿੰਨੇ ਪਿੰਡਾਂ ਤੇ ਕਿੰਨੀ ਜਨਤਾ ਹੈ। ਠੀਕ ਹੈ ਜੀ। ਔਰ ਫਿਰ ਉਸ ਜਗ੍ਹਾ ਤੇ ਵੀ ਗਏ ਆ ਜਿਹੜੀ ਰੇਤਾਂ ਦੇ ਵਿੱਚ ਲਾਸ਼ਾਂ ਕਰ ਦਿੱਤੀਆਂ ਗਈਆਂ ਸੀ, ਇਹਨਾਂ ਨੇ ਕੁਛ ਥਾਵਾਂ ਪੁੱਟ ਗਈਆਂ, ਅਜੇ ਵੀ ਉਸੇ ਤਰ੍ਹਾਂ। ਉਹ ਕਹਿੰਦੇ ਕਿ ਇਹਨਾਂ ਦਾ ਦੇਖਾ ਜੋ ਖੜੀ ਹੈ ਨਹੀਂ, ਕਿਸੇ ਕੋਲ ਲੋਕ ਵੀ ਕਹਿ ਰਹੇ ਜੀ ਸਾਡੇ ਬਾਹਰ ਦਵਾਈ ਦੇ ਪਾਸੇ ਨੇ, ਸਾਡੇ ਕੋਲ ਪੁੱਛਿਆ ਨਹੀਂ ਹੈ ਕਿ ਤੁਹਾਡੇ ਬੜੇ ਕਿੰਨੇ ਤੇ ਜੀਲੇ ਕਿੰਨੇ। ਫਿਰ ਉਹ ਘਰ ਲੈ ਕੇ ਗਏ, ਉਹਨਾਂ ਨੂੰ ਕਿਹਾ ਘਰ ਦੇਖ ਲਓ ਜੀ 2 ਬੱਚੇ, ਛੋਟੇ ਬੱਚੇ ਕਿਸੇ ਮਤਲਬ ਬੈਠੇ ਉੱਥੇ ਉਹਨਾਂ ਦਾ ਬਾਜੀ ਵਾਪਸ ਹੋਈ। ਉਹਨਾਂ ਦੀ ਮਾਂ ਵੀ ਮਰ ਗਈ, ਪਿਓ ਵੀ ਮਰ ਗਿਆ, ਭਰਾ ਵੀ ਮਰ ਗਏ, ਹੋਰ ਜਿਹੜੇ ਵੱਡੇ ਟੈਕਸ ਪੈ ਗਏ। ਇਹ ਪੀਸ਼ਾ ਕਹਿੰਦੇ ਘਰ ਬਣੀਆਂ ਸਾਡੇ ਕਿਸੇ ਨੂੰ ਦੱਸਣ ਜੋਗੇ ਕੁਛ ਨਹੀਂ, ਨਾ ਸਾਡੇ ਘਰ ਤੋਂ ਖਾਣ ਨੂੰ ਆ ਰੋਟੀ ਹੈ, ਨਾ ਪੁੱਛਣਾ। ਇਹ ਵੱਡੀਆਂ ਮਾਮਲੇ ਇਸੇ ਗੱਲੋਂ ਤੇ ਗਏ ਵੀ ਉੱਤਰ ਪ੍ਰਦੇਸ਼ ਹੋਣਾ ਕੀ ਹੈ। ਹਰਿਆਣੇ ਦੇ ਭਗਵਾਨ ਦਾ ਇਲਾਕਾ ਜਿਹੜਾ ਉਹਦੇ ਵਿੱਚ ਵੀ ਇਹਦਾ ਸਰਵੇ ਕੀਤਾ, ਉਹਦੇ ਚ ਵੀ ਦੱਸਿਆ ਵੀ ਲੋਕਾਂ ਦੀ ਹਾਲਤ ਕਿੰਨੀ ਮਾੜੀ ਹੈ। ਔਰ ਅੱਜ ਤੱਕ ਵੀ
ਇਹ ਨਹੀਂ ਕਿ ਪਹਿਲਾਂ ਹੀ ਆਗੂ ਤੱਕ ਜਿਹਦੇ ਕਹਿੰਦੇ ਜੀ ਸੈਕਸ਼ਨ ਲਾਉਣਾ ਜੀ ਟੀਕੇ ਲਾਉਣੇ ਆ ਉਹ ਲਾਗੂ ਨਹੀਂ ਕਰਨਾ ਦੂਸਰਾ ਕਰਨਾ ਐਕਟਿਵ ਕਿੱਥੋਂ ਆਉਣੀ ਕੀ ਹੋਣਾ ਉਹ ਪ੍ਰਮਾਣ ਜੋ ਬੋਲ ਰਿਹਾ ਤਾਂ ਜਿਹੜੀ ਗੜਬੜ ਹੈ ਉਹ ਤੇ ਕੁਝ ਨਹੀਂ ਹਾਂਜੀ ਠੀਕ ਫਿਰ ਇੱਕ ਸਵਾਲ ਹੋਰ ਖੜਾ ਹੋ ਗਿਆ ਹਾਂਜੀ ਕਿਹੜਾ ਵੱਡਾ ਸਵਾਲ ਹੈ ਜਿਹਦੇ ਕੋਲ ਇੱਕ ਬੰਦਾ ਤਾਂ ਨਹੀਂ ਉਹ ਨਾ ਕਰਨਾ ਨਾ ਇਸ ਤੇ ਤਾਂ ਬੰਦਾ ਨਾ ਵੈਕਸੀਨ ਲਵਾ ਸਕਦਾ ਬਿਲਕੁਲ ਹਾਂਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਪਿੰਡਾਂ ਦੇ ਵਿੱਚ ਜਿੱਥੇ ਰੋਟੀ ਖਾਣ ਨੂੰ ਨਹੀਂ ਉਹਨਾਂ ਕੋਲ ਫੋਨ ਨਹੀਂ ਉਹਨਾਂ ਕੋਲ ਨੈਟ ਨਹੀਂ ਇਹਨਾਂ ਕੋਲ ਉਹਨੂੰ ਲਾਓ ਕੋਈ ਨਹੀਂ ਉਹ ਇਸ ਤੇ ਤਾਂ ਕਰਾਉਣਗੇ ਉਹ ਸਵਾਲ ਉਸ ਤਰ੍ਹਾਂ ਖੜੇ ਹੁੰਦੇ ਆ ਜਵਾਬ ਕੋਈ ਨਹੀਂ ਜੀ ਅਸੀਂ ਜੋ ਫੈਸਲਾ ਕਰ ਰਹੇ ਜਦੋਂ ਕਰਦੇ ਆਪਾਂ ਗੱਲ ਕੀਤੀ ਸੀ ਕਿ ਉਹ ਆਪਣੇ ਕੰਮ ਤੋਂ ਵੇਚਣਗੇ ਮੰਦਰ ਦੀ ਜ਼ਮੀਨ ਦੀ ਰੈਗੂਲੇਸ਼ਨ ਦੇ ਜਾਣ ਦੀ ਬਤਾਓ ਉਹ ਆਂਦਾ ਜਿਹੜਾ ਦਾ ਕਰਕੇ ਆਪਣਾ ਬਹੁਤ ਹਾਂਜੀ ਹਾਂਜੀ ਬਹੁਤ ਸਾਰੇ ਇਸ ਗੱਲ ਦਾ ਵੀ ਕੀ ਹੋ ਰਿਹਾ ਤਮਾਸ਼ਾ ਕੀ ਹੈ ਹਾਂਜੀ ਕਹਿੰਦੇ ਅਸਲ ਦੇ ਵਿੱਚ ਕਿਸੇ ਜਿਹੜੀ ਮੇਰੀ ਸਮਝ ਹੈ ਕਿ ਭਾਰਤ ਇਸ ਵੇਲੇ ਦੋ ਹਿੱਸਿਆਂ ਚ ਵੰਡਿਆ ਇੱਕ ਅਮੀਰ ਲੋਕਾਂ ਦਾ ਭਾਰਤ ਤੇ ਇੱਕ ਹੈਗਾ ਥੋੜ੍ਹੇ ਲੋਕ ਗਰੀਬ ਜਿਹੜੇ ਉਹਨਾਂ ਦਾ ਭਾਰਤ ਇਹ ਜਿਹੜੀਆਂ ਨੀਤੀਆਂ ਬਣਦੀਆਂ ਜੋ ਪਾਲਿਸੀਆਂ ਬਣਦੀਆਂ ਪਹਿਲਾਂ ਉੱਪਰ ਦੇ ਬਣਦੇ ਨਾ ਕਿ ਥੱਲੇ ਵਾਲੇ ਲੋਕ ਬਿਲਕੁਲ ਪ੍ਰੈਕਟੀਕਲੀ ਮੁਸ਼ਕਲ ਆਉਂਦੀਆਂ ਫੇਰ ਆਉਂਦੀਆਂ ਗੱਲ ਪਰ ਸਰ ਤੁਸੀਂ ਇੰਟਰਨੈਟ ਦੀ ਗੱਲ ਕੀਤੀ ਇੱਕ ਇੰਟਰਨੈਟ ਬਾਰੇ ਮੈਂ ਤੁਹਾਡੇ ਕੋਲੋਂ ਹੋਰ ਖਬਰ ਦੇ ਉੱਤੇ ਟਿੱਪਣੀ ਲੈਣੀ ਚਾਹੁੰਦਾ ਉੱਤਰ ਪ੍ਰਦੇਸ਼ ਵਿੱਚ ਇੱਕ ਮਹਿਲਾ ਕਮਿਸ਼ਨ ਹੈ ਜੀ ਸਾਰੇ ਸੂਬਿਆਂ 'ਚ ਹੀ ਹੁੰਦਾ ਮਹਿਲਾ ਕਮਿਸ਼ਨ ਤੇ ਉਹ ਮਹਿਲਾ ਕਮਿਸ਼ਨ ਦੀ ਇੱਕ ਮੈਂਬਰ ਹੈ ਜੀ ਮੀਨਾ ਕੁਮਾਰੀ ਕਹਿੰਦੀ ਆ ਕਿ ਕੁੜੀਆਂ ਨੂੰ ਜਿਹੜਾ ਫੋਨ ਇੰਟਰਨੈਟ ਵਰਤਣ ਤੋਂ ਵਰਜਨ ਮਾਪੇ ਇਹ ਕਿਉਂ ਵਰਜਨ ਦੀ ਕਿਉਂ ਰੋਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਮਝ ਤੋਂ ਬਾਹਰ ਆ ਜਦੋਂ ਕਿ ਬੱਚਿਆਂ ਨੂੰ ਜਾਂ ਭਾਵੇਂ ਮੁੰਡੇ ਭਾਵੇਂ ਕੁੜੀਆਂ ਚਾਹੇ ਸਕੂਲ 'ਚ ਪੜ੍ਹਦੇ ਤੇ ਭਾਵੇਂ ਕਾਲਜ ਪੜ੍ਹਦੇ ਭਾਵੇਂ ਯੂਨੀਵਰਸਿਟੀ ਪੜ੍ਹਦੇ ਆ ਉਹਨਾਂ ਨੂੰ ਤਾਂ ਜਿਹੜਾ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਸਕੂਲਾਂ ਵੱਲੋਂ ਵੀ ਕਾਲਜਾਂ ਵੱਲੋਂ ਵੀ ਅਕੈਡਮੀਆਂ ਵੱਲੋਂ ਵੀ ਤੇ ਉਹ ਮਹਿਲਾ ਕਮਿਸ਼ਨ ਦੀ ਜਿਹੜੀ ਮੈਂਬਰ ਹੈਗੀ ਹੈ ਮੀਨਾ ਕੁਮਾਰੀ ਉਹ ਕਹਿੰਦੀ ਜੀ ਇਹ ਤੁਸੀਂ ਆਪਣੀ ਧੀਆਂ ਨੂੰ ਰੋਕੋ ਇਹ ਇੰਟਰਨੈਟ ਦੀ ਵਰਤੋਂ ਨਾ ਕਰਨ ਇਹ ਫੋਨ ਦੀ ਵਰਤੋਂ ਨਾ ਕਰਨ ਪਤਾ ਨਹੀਂ ਸਾਰਾ ਦਿਨ ਕਿਹਦੇ ਨਾਲ ਗੱਲਾਂ ਕਰਦੇ ਰਹਿੰਦੇ ਆ ਮੁੰਡੇ ਕੁੜੀਆਂ ਤੇ ਫਿਰ ਬਾਅਦ 'ਚ ਪ੍ਰੋਬਲਮ ਖੜੀ ਆਉਂਦੀ ਸਮਾਜ ਵਾਸਤੇ ਇਹ ਕੀ ਹੈ ਜੀ ਮਸਲਾ ਕਿਸੇ ਨੂੰ ਸਿਰ ਦਾ ਰਹਿੰਦਾ ਹੈ ਸਾਨੂੰ ਉਹ ਪ੍ਰੈਜ਼ੀਡੈਂਟ ਕਰ ਰਹੀ ਹੈ ਜਿਹੜਾ ਰੂਢੀਵਾਦੀ ਵਿਚਾਰ ਕਰਦੇ ਨੇ ਪਛੜੇ ਹੋਏ ਵਿਚਾਰ ਜਿਹੜਾ ਦੇ ਵਿੱਚ ਹੈ ਕਿ ਔਰਤਾਂ ਜਿਹੜੀਆਂ ਉਹਨਾਂ ਦੇ ਹੱਥ ਨੰਗੇ ਨਹੀਂ ਕਰਨੇ ਜੀ ਉਹਨਾਂ ਦੇ ਸਰੀਰ ਤੇ ਕੱਪੜੇ ਇੰਨੇ ਪਾ ਦਿਓ ਤਾਂ ਕਿਸੇ ਨਾ ਕਿਸੇ ਨੂੰ ਉਹਦਾ ਮੂੰਹ ਨਹੀਂ ਦਿਸਣਾ ਚਾਹੀਦਾ ਮਤਲਬ ਕੀ ਕੁਛ ਆਪਣੇ ਸਮਾਜ ਦੇ ਵਿੱਚ ਹੁਣ ਵੀ ਹੈਗਾ ਯਾਰ ਜਿੱਥੇ ਪਛੜੇ ਹੋਏ ਇਲਾਕੇ ਉੱਥੇ ਇੱਦਾਂ ਦਾ ਜਾਂ ਹਰਿਆਣੇ ਦੇ ਵਿੱਚ ਬੜੇ ਵੱਡੇ ਭੁਗਤਾਂ ਕੇ ਔਰਤਾਂ ਜਿਹੜੀਆਂ ਸੀਗੀਆਂ ਉਹ ਬਾਹਰ ਨਿਕਲਦੀਆਂ ਨੇ ਤੇ ਹੁਣ ਇਹ ਸੰਦੋਲਨ ਨੇ ਕੀਤਾ ਮਤਲਬ ਇਸ ਦਾ ਅੰਦਰ ਇੱਕ ਕਿਸਮ ਦਾ ਇਨਕਲਾਬ ਕਰਨਾ ਜ਼ਰੂਰੀ ਹਾਂਜੀ ਦੇਖੋ ਬੋਲੇ ਆ ਕੇ ਸਟੇਜਾਂ ਤੇ ਬੋਲਣ ਵੀ ਲੱਗੀਆਂ ਦੂਸਰਾ ਵੀ ਆ ਇਸ ਕਰਕੇ ਜਿਹੜਾ ਭਾਰਤ ਆ ਉਹਦੇ ਵਿੱਚ ਜਿਹੜੇ ਅੱਜ ਰਾਜ ਕਰ ਰਹੇ ਆ ਇਹ ਤੇ ਵੀ ਸਮਝ ਕੇ ਜਿਹੜੀ ਐਜੂਕੇਸ਼ਨ ਵੀ ਗੱਲ ਕਰ ਕਹਿੰਦੇ ਆ ਇਹ ਐਜੂਕੇਸ਼ਨ ਜਿਹੜੀ ਬਦਲ ਕੇ ਇੱਕ ਪੁਰਾਣੇ ਢੰਗ ਦੇ ਨਾਲ ਐਜੂਕੇਸ਼ਨ ਦਿੱਤੀ ਜਾਵੇ ਅਸੀਂ ਉਹ ਸਿਸਟਮ ਲਾਗੂ ਕਰਨਾ ਚਾਹੁੰਦੇ ਹਾਂ ਕਿ ਜਿਹੜਾ 2000 ਦੇ ਲੋਕੀ ਬਾਰੇ ਕਿਸੇ ਦੇ ਵੱਸ ਦਾ ਲੋਕ ਨਹੀਂ ਨਾ ਲੜਕੀਆਂ ਦੇ ਉੱਤੇ ਇਦਾਂ ਦੀਆਂ ਗੱਲਾਂ ਕਰਨੀਆਂ ਦਾ ਮਤਲਬ ਉਹਨਾਂ ਨੂੰ ਕੈਦੀ ਬਣਾ ਕੇ ਰੱਖਣਾ ਚਾਹੁੰਦੇ ਬਿਲਕੁਲ ਔਰ ਜੇ ਸਾਨੂੰ ਆਪਣੇ ਬੱਚਿਆਂ ਤੇ ਵਿਸ਼ਵਾਸ ਨਹੀਂ ਤਾਂ ਫਿਰ ਇਹਦੇ ਤੇ ਵਿਸ਼ਵਾਸ ਹੈ ਕਿ ਵਿਸ਼ਵਾਸੀ ਵੀ ਹੁੰਦੀ ਹੈ ਔਰ ਇਸ ਢੰਗ ਦੇ ਨਾਲ ਸਮਾਜ ਜਿਹੜੇ ਹੈਗੇ ਆ ਉਹ ਐਡਵਾਂਸ ਨਹੀਂ ਹੋ ਸਕਦੇ ਉਹ ਜਿਹੜਾ ਹੁੰਦੇ ਆ ਕਰ ਇਹਦੇ ਨੇਤਾ ਜਿਹੜਾ ਥੋੜੀ ਬਹੁਤੀ ਡਿਵੈਲਪਮੈਂਟ ਸੀ ਉਹਦਾ ਵੀ ਸੱਤਿਆਨਾਸ਼ ਕਰ ਦਿੰਦਾ ਇਹਨਾਂ ਨੂੰ ਕੀਆ ਤਰੱਕੀਆਂ ਫੜਦੀਆਂ ਵੀ ਇਹ ਬੋਲਦੇ ਅੱਗੇ ਬਹੁਤ ਕੁਝ ਬੋਲਦੇ ਰਹੇ ਬੜੇ ਕਮਾਂਡ ਕਿਤਾਂ ਦੇ ਆਉਂਦੇ ਆ ਜਿੰਨੇ ਵੀ ਇਹ ਅਨਭਵ ਕਰਦੇ ਆ ਬਹੁਤ ਕੁਝ ਤੁਸੀਂ ਇਹ ਦੇਖਿਆ ਕਿ ਲੜਕੀਆਂ ਨੂੰ ਪਹਿਲੇ ਹਾਂਜੀ ਹਾਂਜੀ ਬਿਲਕੁਲ ਬੜਾ ਮਾਰਿਆ ਗਿਆ ਪਿੰਡਾਂ ਦੇ ਵਿੱਚ ਇਹਨਾਂ ਦੇ ਫੈਸਲੇ ਕੀਤੇ ਪੰਜਾਬ ਨੇ ਕਿ ਇਹਨਾਂ ਦੋਵਾਂ ਨੂੰ ਉਹਨਾਂ ਪਿਆਰ ਪਿਆਰ ਦੀ ਗੱਲ ਕਿਉਂ ਕੀਤੀ ਹੈ ਉਹ ਨਹੀਂ ਰਹੀ ਹਰਿਆਣਾ ਚ ਵੀ ਹੋ ਗਿਆ ਬਿਹਾਰ ਚ ਵੀ ਹੋ ਗਿਆ ਮਤਲਬ ਇਸ ਕਿਸਮ ਦੀਆਂ ਜਿਹੜੀਆਂ ਜਾਤ ਦੇ ਆਧਾਰ ਤੇ ਨਫ਼ਰਤ ਕਿ ਉਹ ਦਿਉ ਸ਼ਹੀਦ ਦੀ ਨਫ਼ਰਤ ਪੈਸੇ ਦੇ ਗਾਜਰਾਂ ਬੰਦਿਆਂ ਨੂੰ ਮਿਲਣਾ ਉਹਨਾਂ ਦੀ ਅਸਰ ਤੋਂ ਨਹੀਂ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਇਹਦੇ ਲਈ ਇੱਕ ਬੜੀ ਵੱਡੀ ਕ੍ਰਾਂਤੀ ਦੀ ਲੋੜ ਹੈ ਜਿਹਦੇ ਲਈ ਤਿਆਰੀਆਂ ਹੋ ਰਹੀਆਂ ਠੀਕ ਹੈ ਮੈਂ ਮੇਰੀ ਵਿਚਾਰ ਪੁੱਛੋਗੇ ਤੇ ਇਹ ਜਿਹੜਾ ਘਟਦਾ ਹੈ ਸਾਰਾ ਇਹਦੇ ਵਿੱਚੋਂ ਕੱਖ ਨਹੀਂ ਨਿਕਲਿਆ 70 ਸਾਲ ਜੋ ਕੁਝ ਨਿਕਲਿਆ ਸਾਡੇ ਸਾਹਮਣੇ ਆ ਉਹ ਰੂਢੀਵਾਦੀ ਵਿਚਾਰ 75 ਹੀ ਹੋ ਗਏ ਬੰਦੇ ਨਾਲ ਨਫ਼ਰਤ ਕਰਨੀ ਸਿਖਾਉਣੀ ਹਾਂਜੀ ਹਾਂਜੀ ਜੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੋਈ ਵਧੀਆ ਪੜ੍ਹਾ ਕੇ ਉਹਨਾਂ ਦੀ ਚੰਗੀ ਅਕਲ ਵਾਲੀ ਗੱਲ ਸੀ ਤਾਂ ਉਹ ਸਟਾਫ ਵੀ ਘਟਾ ਦਿਓ ਉਹ ਕਾਰਾ ਕਰ ਦਿਓ ਕਿ ਇਹ ਖਾਸ਼ਾ ਤੇ ਸਟਾਫ ਵੀ ਘਟਾ ਦਿਓ ਸਿਲੇਬਸ ਵੀ ਘਟਾ ਦਿਓ ਮੁਕਾਬਲੇ ਤੇ ਵੀ ਕਿੱਥੇ ਖੜੇ ਆ ਇਹਨਾਂ ਦੇ
ਠੀਕ ਹੈ ਭੱਟੀ ਸਾਹਿਬ ਹੁਣ ਮੈਂ ਤੁਹਾਡਾ ਧਿਆਨ ਭੱਟੀ ਸਾਹਿਬ ਕੁਝ ਕੌਮਾਂਤਰੀ ਖਬਰਾਂ ਵੱਲ ਲਿਆਉਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ G7 ਦੇਸ਼ਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਲੰਡਨ 'ਚ ਹੋ ਰਹੀ ਹੈ। ਅਮਰੀਕਾ ਜਿਹੜਾ ਵਾ ਉਹ ਪੁਰਾਣੀ ਨੀਤੀ ਤੇ ਆ ਗਿਆ, ਉਹ ਰੂਸ ਨੂੰ ਜਿਹੜਾ ਘੂਰੀ ਵੱਟੀ ਜਾਂਦਾ। ਕੀ ਮਸਲਾ ਜੀ ਇਹ? ਹਾਂਜੀ ਇੰਗਲੈਂਡ ਠੀਕ ਹੈ ਹਾਂਜੀ ਹਾਂਜੀ ਸਾਰਾ ਜਿਹੜਾ ਇਸ ਵੇਲੇ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਤੇ ਜੋ ਬਾਈਡਨ ਹਿੱਸਾ ਲੈਣ ਲਈ ਇੰਗਲੈਂਡ ਗਏ। ਠੀਕ ਹੈ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਰਸ਼ੀਆ ਜਿਹੜਾ ਹੈਗਾ ਉਹ ਚੇਤਾਵਨੀ ਦਿੱਤੀ ਹੈ ਕਿ ਇਹਨੂੰ ਆਪਣੀਆਂ ਨੀਤੀਆਂ ਨੂੰ ਸੁਧਾਰ ਕਰ ਲੈਣਾ ਚਾਹੀਦਾ। ਇਹ ਸਾਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇਹਨੂੰ ਬਹੁਤ ਵੱਡਾ ਮਤਲਬ ਇਹ ਮੁਖੀ ਜਿਹੜਾ ਸਾਬਤ ਕਰਨਾ ਚਾਹੁੰਦਾ ਹੈ ਤੇ ਇਹ ਸਾਰੀਆਂ ਨੀਤੀਆਂ ਦਾ ਅਸੀਂ ਵਿਰੋਧ ਕਰਨਾ ਕਿਉਂਕਿ ਅਸੀਂ ਇਸ ਵੇਲੇ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ ਅਮਰੀਕਾ ਨੇ ਔਰ ਇਸ ਕਰਕੇ ਸਮਰਾਟ ਆ ਕਿ ਅਸੀਂ ਇਹਨਾਂ ਦੀਆਂ ਜਿਹੜੇ ਵਿਸਥਾਰਵਾਦੀ ਨੀਤੀਆਂ ਹੈਗੀਆਂ ਉਹਦੇ ਵਿਰੋਧ ਦੇ ਵਿੱਚ ਹਾਂਜੀ ਠੀਕ ਹੈ ਔਰ ਉਹਦੇ ਲਈ ਉਸ ਮੀਟਿੰਗ ਦੇ ਵਿੱਚ ਹੀ ਟਰੂਡੋ ਸ਼ਾਮਲ ਹੋਣਗੇ। ਬਾਕੀ ਇਹ ਹੈ ਕਿ ਕੈਨੇਡਾ ਅਮਰੀਕਾ ਇੰਗਲੈਂਡ ਪਰ 7 ਦੇਸ਼ ਹੈ ਦੇ ਨਾਲ ਸਾਰੇ ਹਾਂਜੀ G7 ਦੇ ਸਾਰੇ ਦੇਸ਼ ਦੇਖੀਏ ਹਾਂਜੀ ਹਾਂਜੀ ਇਹ ਇਹਨਾਂ ਦਾ ਸਮੂਹ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਕਿ ਆਪਣੀ ਕਿਸ ਢੰਗ ਦੇ ਨਾਲ ਰੂਸ ਔਰ ਚੀਨ ਦੀ ਜਿਹੜੀ ਡਿਵੈਲਪਮੈਂਟ ਆ ਉਹਨੂੰ ਕਿਵੇਂ ਮੁਕਾਬਲਾ ਕਰਨਾ ਰਣਨੀਤੀ ਕੀ ਬਣਾਉਣੀ ਆ ਉਹਦੇ ਲਈ ਇਹ ਉੱਥੇ ਪਹੁੰਚ ਚੁੱਕੇ ਆ। ਭੱਟੀ ਸਾਹਿਬ ਬਹੁਤ ਚਿਰ ਪਹਿਲਾਂ ਭੱਟੀ ਸਾਹਿਬ ਹਾਂਜੀ ਭੱਟੀ ਸਾਹਿਬ ਤੁਹਾਡੀ ਗੱਲ ਮੈਂ ਟੋਕ ਰਿਹਾ ਬੜੇ ਸਾਲ ਪਹਿਲਾਂ ਤਕਰੀਬਨ 20-25 ਸਾਲ ਪਹਿਲਾਂ ਇਹ ਗੱਲ ਆਉਂਦੀ ਸੀ ਵੀ ਦੁਨੀਆ ਜਿਹੜੀ ਆ ਉਹ 2 ਗਰੁੱਪਾਂ 'ਚ ਵੰਡੀ ਹੋਈ ਆ। ਇੱਕ ਲੌਬੀ ਜਿਹੜੀ ਆ ਉਹਦੀ ਅਗਵਾਈ ਕਰ ਰਿਹਾ ਰੂਸ ਤੇ ਦੂਜੀ ਲੌਬੀ ਦੀ ਅਗਵਾਈ ਕਰ ਰਿਹਾ ਅਮਰੀਕਾ। ਦੋਨੋਂ ਲੌਬੀਆਂ ਜਿਹੜੀਆਂ ਆਪਸ ਵਿੱਚ ਦੂਜੀ ਦੁਨੀਆ ਨੂੰ ਵੰਡ ਕੇ ਚੁਰੰਡ ਰਹੀਆਂ ਖਾ ਰਹੀਆਂ। ਇਹ ਉਧਰ ਨੂੰ ਗੱਲ ਫਿਰ ਦੁਬਾਰਾ ਜਿਹੜੀ ਜਾਰੀ ਹੈ ਕਿ ਕਿਵੇਂ ਹੈ? ਅੱਜ ਵੀ ਤੁਸੀਂ ਦੇਖੋ ਕਿ ਚਾਈਨਾ ਦੇ ਵਿਰੋਧ ਦੇ ਵਿੱਚ ਜਿਹੜਾ ਇਹ ਸਾਰੇ ਦੇਸ਼ ਹੋਏ ਆ ਰਸ਼ੀਆ ਦੇ ਵਿਰੋਧ ਦਾ ਕਾਰਨ ਇਹੀ ਹੈ ਹਾਂਜੀ ਕਿ ਜਿਹੜੀ ਆਪਣੀ ਸਰਦਾਰੀ ਆ ਹਾਂ ਉਹ ਖੁਸ ਰਹੀ ਸਰਦਾਰੀ ਬਿਲਕੁਲ ਸਰਦਾਰੀ ਖੁਸ ਰਹੀ ਉਹਨਾਂ ਦੀ ਹਾਂਜੀ ਜਿਹੜੇ ਸੰਸਾਰ ਪੱਧਰ ਦੀ ਜਿਹੜੀ ਆ ਮਤਲਬ ਪਿਛਲੀਆਂ ਜੇ 2 ਜਗ੍ਹਾ ਆਪਾਂ ਦੇਖੀਏ ਤੇ ਨਾ ਕਿਤੇ ਤੋਂ ਹੋਈਆਂ ਹਾਂਜੀ ਠੀਕ ਹੈ ਫਿਰ ਕਿੰਨਾ ਲੰਬਾ ਸਮਾਂ ਜਿਹੜੀ ਕੋਵਿਡ ਬਾਤ ਚੱਲਦੀ ਰਹੀ ਹੈ ਰੂਸ ਔਰ ਚਾਈਨਾ ਦੇ ਵਿੱਚ ਹਾਂਜੀ ਉਹ ਵੀ ਇੱਕ ਮਤਲਬ ਸਪਸ਼ਟ ਕਰਦੀ ਹੈ ਸਾਰੀ ਸਿਚੁਏਸ਼ਨ। ਭੱਟੀ ਸਾਹਿਬ ਇੱਕ ਦੋ ਖਬਰਾਂ ਮੈਂ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ ਜੀ ਤੁਹਾਡੇ ਨਾਲ। ਇੱਕ ਸਰਵੇਖਣ ਪਤਾ ਲੱਗਾ ਹੋਇਆ ਅਮਰੀਕਾ ਦੇ ਵਿੱਚ ਤੇ ਹੋਇਆ ਵੀ ਭਾਰਤੀ ਮੂਲ ਦੇ ਲੋਕਾਂ ਦੇ ਬਾਰੇ। ਇਹ ਕੀ ਸਰਵੇਖਣ ਸੀ ਜੀ ਜਿਹੜਾ ਭਾਰਤੀ ਮੂਲ ਦੇ ਲੋਕ ਹੈ ਔਰ ਖਾਸ ਕਰਕੇ ਭਾਰਤੀ ਮੂਲ ਦੇ ਭਾਵੇਂ ਉਹ ਜੰਮ ਪਲੇ ਅਮਰੀਕਾ 'ਚ ਹੈਗੇ ਉਹਨਾਂ ਬਾਰੇ ਇਦਾਂ ਦਾ ਕੋਈ ਸਰਵੇਖਣ ਸਾਹਮਣੇ ਆਇਆ? ਕੀ ਹੈਗਾ ਮਸਲਾ ਹੈ? ਅਮਰੀਕਾ ਦੇ ਵਿੱਚ ਰੰਗ ਭੇਦ ਦੇ ਨਾਮ ਦੇ ਉੱਤੇ ਔਰ ਇੱਥੋਂ ਦੇ ਜਿਹੜੇ ਅਸਲੀ ਅਮਰੀਕਨ ਆ ਤੇ ਦੂਸਰੇ ਆ ਤੇ ਵਿਤਕਰੇ ਖੜੇ ਕਰਨ ਦੇ ਲਈ ਕਾਫੀ ਇਹਨੇ ਮਤਲਬ ਜ਼ੋਰ ਲਾਇਆ। ਉਹਦੇ ਚਿੱਤਰ ਇਹ ਆ ਕਿ ਅੱਜ ਇੱਕ ਸਰਵੇਖਣ ਹੋਇਆ ਜਿਹਦੇ ਵਿੱਚ ਉਹਨਾਂ ਨੇ ਕੋਈ ਮਤਲਬ ਵੱਡੀ ਗਿਣਤੀ ਦੇ ਵਿੱਚ ਇਹ ਸਰਵੇਖਣ ਦੇ ਵਿੱਚ ਭਾਰਤੀ ਜਿਹੜੇ ਹੈਗੇ ਉਹਨਾਂ ਕੋਲੋਂ ਸਵਾਲ ਪੁੱਛੇ। ਅੱਛਾ ਜੀ ਉਹ ਸਵਾਲ ਜਿਹੜੇ ਪੁੱਛਿਆ ਉਹਦੇ ਵਿੱਚ ਉਹਨਾਂ ਨੇ ਕੋਈ 1200 ਭਾਰਤੀਆਂ ਦੇ ਕੋਲੋਂ ਵੱਖ-ਵੱਖ ਆਨਲਾਈਨ ਸਵਾਲ ਪੁੱਛਿਆ ਕਿ ਕੀ ਤੁਹਾਡੇ ਨਾਲ ਵਿਤਕਰਾ ਹੁੰਦਾ। ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਮਤਲਬ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇੱਥੇ ਬਹੁਤ ਵਿਤਕਰਾ ਹੁੰਦਾ। ਸਾਡੇ ਭਾਰਤੀ ਲੋਕ ਕਰਕੇ ਸਾਡੇ ਜਿਹੜੇ ਆ ਉਹ ਰੰਗ ਕਰਕੇ ਕਿਉਂਕਿ ਵਾਈਟ ਔਰ ਬਲੈਕ ਦੇ ਵਿੱਚ ਇਹ ਖੜੀ ਕਰਨੀ ਔਰ ਇਹਦੇ ਨਾਲ ਇਹ ਇੱਥੋਂ ਤੱਕ ਹੋਇਆ ਕਿ ਜਿਹੜੇ ਇੱਥੋਂ ਦੇ ਸਿਟੀਜ਼ਨ ਹੈ ਹੁਣ ਦੇਖੋ ਅਮਰੀਕਾ ਦੇ ਜਿਹੜੇ ਸਿਟੀਜ਼ਨ ਹੈ ਚਾਹੇ ਕੋਈ ਵੀ ਆ ਭਾਰਤ ਤੋਂ ਆ ਗਿਆ ਚਾਹੇ ਦੱਖਣੀ ਅਫਰੀਕਾ ਤੋਂ ਆ ਗਿਆ ਕਿਤੋਂ ਵੀ ਆ ਗਏ ਉਹ ਉਸ ਆਧਾਰ ਤੇ ਨਹੀਂ ਪੁੱਛਦਾ ਤੇ ਪਤਾ ਕਿ ਜਿਹੜੇ ਬੱਚੇ ਅਮਰੀਕਾ ਦੀ ਪੈਦਾ ਹੋਏ ਉਹਨਾਂ ਨਾਲ ਵੀ ਨਫ਼ਰਤ ਕੀਤੀ ਜਾਂਦੀ ਹੈ ਸਕੂਲਾਂ 'ਚ ਬੋਲੀ ਕੀਤੀ ਜਾਂਦੀ ਹੈ ਹੋਰ ਥਾਵਾਂ ਦੇ ਉੱਤੇ ਸਾਰਾ ਕੁਛ ਹੁੰਦਾ।
ਠੀਕ ਹੈ ਜੀ। ਭੱਟੀ ਸਾਹਿਬ ਇੱਕ ਦੱਸਿਓ, ਕਰੋਨਾ ਦੀ ਗੱਲ ਜਦੋਂ ਆਪਾਂ ਕਰ ਰਹੇ ਸੀ ਜੀ, ਮੈਨੂੰ ਉਦੋਂ ਚੇਤਾ ਭੁੱਲ ਗਿਆ, ਇੱਕ ਨਵੇਂ ਤਜਰਬੇ ਸਾਹਮਣੇ ਆਉਂਦੇ ਆ। ਅਮਰੀਕਾ 'ਚ ਪਤਾ ਲੱਗਾ ਇੱਕ ਫਾਰਮਾਸਿਸਟ ਨੇ ਆਪਦੇ ਕਲੀਨਿਕ ਵਿੱਚ ਤਜਰਬਾ ਕੀਤਾ ਜੀ। ਉਹ ਤਜਰਬੇ ਨੇ ਉਹਨੂੰ ਜੇਲ੍ਹ 'ਚ ਸਿੱਖਾਂ ਪਿੱਛੇ ਭੇਜ ਦਿੱਤਾ। ਇਹ ਕੀ ਤਜਰਬਾ ਜੀ? ਕਰੋਨਾ ਦੀ ਦਵਾਈ ਨਾਲ ਸੰਬੰਧਿਤ ਗੱਲ ਪਤਾ ਲੱਗੀ ਹੈ। ਅੱਛਾ ਜੀ। ਇਹਨਾਂ ਦੇ ਮੋਡਰਨਾ ਦੇ ਵੈਕਸੀਨ ਨੂੰ ਮੈਂ ਫ੍ਰਿਜ ਚੋਂ ਬਾਹਰ ਰੱਖਦੇ ਆ। ਹਾਂਜੀ ਹਾਂਜੀ। ਦੇਖੋ ਡੀਪ ਫ੍ਰੀਜ਼ਿੰਗ ਦੇ ਵਿੱਚ ਹੁੰਦੀ ਹੈ, ਜਿਹੜੀ ਬਹੁਤ ਠੰਡੇ ਥਾਂ ਕਰ ਰੱਖਣੀ ਪੈਂਦੀ ਹੈ। ਹਾਂਜੀ। ਤੇ ਕੀ ਬਣੂਗਾ? ਹਾਂਜੀ ਹਾਂਜੀ। ਅਸੀਂ ਅਰਬਾ ਕਰਦੇ ਕਰਾਉਂਦੇ ਉਹਨੇ ਵੈਕਸੀਨ ਜਿਹੜੀ ਸੀਗੀ ਉਹਦੀਆਂ ਕਾਫੀ ਮਤਲਬ ਸ਼ੀਸ਼ੀਆਂ ਬਾਹਰ ਰੱਖ ਦਿੱਤੀਆਂ, ਉਹ ਖਰਾਬ ਹੋ ਗਈਆਂ। ਇਹ ਕਿਸੇ ਤਰੀਕੇ ਨਾਲ ਇਹਦਾ ਯਾਤਰਾ ਕੋਈ ਉੱਥੇ ਕੈਮਰੇ ਲੱਗੇ ਸੀ ਜਾਂ ਕੀ ਸੀ, ਇਹ ਪਤਾ ਲੱਗ ਗਿਆ ਵੀ ਇਹ ਕਿਹਨੇ ਕਰਨਾ ਵਾ। ਠੀਕ ਹੈ ਜੀ। ਇਹਨੂੰ ਅਰੈਸਟ ਕਰ ਦਿਆ ਗਿਆ। ਠੀਕ ਹੈ ਜੀ। ਅਰੈਸਟ ਕਰਕੇ ਤੇ ਉੱਤੇ ਮਾਮਲਾ ਚੱਲਿਆ ਕੋਰਟ ਦੇ ਵਿੱਚ। ਅੱਛਾ ਜੀ। ਉਹ ਜਿਹੜਾ ਮਾਮਲਾ ਚੱਲਿਆ ਉਹਦੇ ਵਿੱਚ ਉਹਨੂੰ ਜੱਜ ਨੇ 3 ਸਾਲ ਦੀ ਗੱਲ ਕੀਤੀ ਹੈ। ਵਾਓ। ਅਸੀਂ ਕੋਲ ਮੰਨ ਨਹੀਂ ਲਿਆ ਸੀ। ਹਾਂਜੀ। ਪਰ ਉਹਨੇ ਹੋ ਸਕਦਾ ਹਾਂਜੀ ਹੋ ਸਕਦਾ ਦਵਾਈ ਉਹ ਹਾਂਜੀ। ਮੈਂ ਕਦੀ ਅਰਬਾ ਕਰਦਾ ਸੀ ਜੀ, ਮੈਂ ਤਜਰਬਾ ਕਰਨ ਕਰਕੇ ਉਹਨੂੰ ਬਾਹਰ ਰੱਖਿਆ ਸੀ। ਪਹਿਲਾਂ ਕੁਛ ਨਹੀਂ ਕਿ ਤਜਰਬਾ ਤੈਨੂੰ ਹੁਣ ਇੰਨਾ ਮਹਿੰਗਾ ਪੈਣਾ, 3 ਸਾਲ ਜੇਲ੍ਹ 'ਚ ਰਹੂਗਾ। ਪਰ ਇੱਥੇ ਭਾਰਤ ਦੇ ਵਿੱਚ ਕਈ ਖਬਰਾਂ ਆਉਂਦੀਆਂ ਉਹ ਵੈਕਸੀਨ ਜਿਹੜੀਆਂ ਖਰਾਬ ਕਿੱਦਾਂ ਕੀਤੀ ਗਈ ਆ। ਕਈਆਂ ਨੇ ਤਾਂ ਹਸਪਤਾਲਾਂ ਚੋਂ ਭਰੀਆਂ ਹੀ ਸ਼ੀਸ਼ੀਆਂ ਬਾਹਰ ਸੁੱਟ ਦਿੱਤੀਆਂ ਸੀ। ਇੱਥੇ ਪੁੱਛਣਾ ਰਹੀ ਹੈ ਇੱਥੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਜਿਹੜਾ ਇੱਦਾਂ ਦੇ ਕਾਰਨਾਮੇ ਕਰਦਾ ਉਹਨੂੰ ਬਖਸ਼ਣਾ ਨਹੀਂ। ਠੀਕ ਹੈ ਜੀ। ਠੀਕ ਹੈ ਜੀ। ਇਹ ਭੱਟੀ ਸਾਹਿਬ ਇੱਕ ਦੱਸਿਓ ਗੱਲ, ਇੱਕ ਜਦੋਂ ਅਸੀਂ ਆਪਣੇ ਕੰਟਰੀ ਬਾਰੇ ਗੱਲ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਲੋਕਾਂ ਨੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਚੰਗੀ ਮਾਨਤਾ ਹਾਸਲ ਕੀਤੀ ਹੈ, ਚੰਗੇ ਕਾਰੋਬਾਰ ਸ਼ੁਰੂ ਕੀਤੇ ਆ ਔਰ ਨਾਮ ਨਾ ਖੱਟਿਆ ਹੈਗਾ, ਹਰ ਖੇਤਰ ਵਿੱਚ ਵੱਡੀਆਂ ਪਲਾਂਘਾਂ ਪੱਟੀਆਂ ਹੈਗੀਆਂ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਭਾਈਚਾਰੇ ਬਾਰੇ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਹਰ ਰੋਜ਼ ਹੀ ontario ਤੋਂ BC ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ, ਜਿੱਥੇ ਜਿਹੜੀਆਂ ਖਬਰਾਂ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਸ਼ਰਮ ਮਹਿਸੂਸ ਹੁੰਦੀ ਹੈ ਜਾਂ ਕਹਿ ਲਓ ਵੀ ਸਿਰ ਨੀਵਾਂ ਹੁੰਦਾ। ਪਿਛਲੇ 6 ਮਹੀਨਿਆਂ ਵਿੱਚ ਬਹੁਤ ਸਾਰੇ ਕੇਸ ਸਾਹਮਣੇ ਆਏ ਆ ਤੇ ਸਭ ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਉਹ ਪੰਜਾਬੀਆਂ ਦੀਆਂ ਹੋਈਆਂ। ਭਾਰਤੀਆਂ ਦੀਆਂ ਤਾਂ ਹੋਣੀਆਂ ਹੀ ਸੀ, ਪੰਜਾਬੀਆਂ ਦੀਆਂ ਹੋਈਆਂ। ਇਹ ਕੀ ਮਸਲਾ ਜੀ? ਹਾਂਜੀ। ਪਿਛਲੇ ਸਮੇਂ ਦੇ ਵਿੱਚ ਕੋਈ 6 ਮਹੀਨਿਆਂ ਚ ਹਾਂਜੀ ਦੋ ਕੇਸ ਤਾਂ ਹੁਣੇ ਆਏ ਆ। ਦੋ ਮਤਲਬ ਦੋ ਪੰਜਾਬੀ ਫੜੇ ਗਏ। ਠੀਕ ਹੈ ਜੀ। ਅਪਰਾਧਿਕ ਵਿਅਕਤੀ ਹੈ, ਲੋਕ ਹੈ, ਪਤਾ ਨਹੀਂ ਇਹੋ ਜਿਹੀ ਨਕਲ ਹੈ ਕਿ ਇੱਥੇ ਆ ਕੇ ਭੁਗਤ ਜਾਂਦੇ ਆ। ਸਾਨੂੰ ਪੁੱਛਣਾ ਕਿਸੇ ਨੇ ਜਾਂ ਗੱਲ ਕਰਨੀ ਹੁੰਦੀ ਹੈ। ਠੀਕ ਹੈ ਜੀ। ਇਹ ਇਹੋ ਜਿਹੇ ਕੰਮ ਕਰਦੇ ਆ, ਕਿਸੇ ਨੂੰ ਭੁੱਖਾ ਹੀ ਜਾਂਦੇ ਵੀ ਹੈ, ਇਕੱਲੇ ਮੁੰਡੇ ਦੇ ਨਾਲ ਕੁੜੀਆਂ ਵੀ ਨਾਲ। ਹਾਂਜੀ। ਇਹ ਕਰਦੇ ਕੀ ਹੈ? ਕਾਰਾਂ ਚੋਰੀ ਕਰਨੀਆਂ, ਧੋਖਾ ਧੜੀ ਦਾ ਜਾਲ ਚਲਾਉਣਾ, ਪੈਸੇ ਠੱਗਣ ਲਈ, ਫਿਰ ਇਹ ਕ੍ਰੈਡਿਟ ਕਾਰਡ ਚੋਰੀ ਕਰ ਲੈਣੇ। ਪਰ ਉਹ ਪਤਾ ਨਹੀਂ ਕੀ ਕਰਨਾ ਮੈਂ ਕਰਦੇ ਆ। ਔਰ ਇਹ ਉਹਨਾਂ ਨੇ 6 ਮਹੀਨਿਆਂ ਦੇ ਵਿੱਚ ਪਿਛਲੇ 6 ਮਹੀਨਿਆਂ 50 ਮੁੰਡੇ ਕੁੜੀਆਂ ਫੜੇ ਗਏ ਆ। ਬੜੀ ਬੇਹੱਦ ਸ਼ਰਮ ਵਾਲੀ ਗੱਲ। ਔਰ ਮੀਡੀਆ ਦੇ ਵਿੱਚ ਵੀ ਕਾਫੀ ਵੱਡੇ ਜਿਹੜਾ ਵੀ ਚਰਚਾ ਹੁੰਦੀ ਹੈ, ਸੱਚ ਵੀ ਹੈ, ਚਰਚਾ ਹੋਣੀ ਹੈ ਕਿ ਹੋਇਆ ਨਹੀਂ ਜਾ ਸਕਦਾ। ਹਾਂਜੀ। ਇਹ ਇੱਕ ਬੜੀ ਮੰਦਭਾਗੀ ਖਬਰ ਕਹਿ ਲਓ ਜਾਂ ਇਸ ਗੱਲ ਦੀ ਵੀ ਲੋਕ ਮਹਿਸੂਸ ਕਰ ਹੋਣੀ ਹੁੰਦੀ ਹੈ ਕਿ ਇੱਥੇ ਵੱਡੇ ਕੁੜੀਆਂ ਜਦੋਂ ਆਉਂਦੇ ਆ ਉਸ ਵੇਲੇ ਉਹਨਾਂ ਨੂੰ ਐਜੂਕੇਟ ਕਰਨ ਲਈ ਇੱਥੋਂ ਦੇ ਸਿਸਟਮ ਬਾਰੇ ਸਮਝਾਉਣ ਲਈ ਸਪੈਸ਼ਲ ਥਾਂ ਦੇ ਉੱਤੇ ਇਹੋ ਜਿਹੀਆਂ ਕੋਈ ਕਲਾਸਿਸ ਦਾ ਅਰੇਂਜ ਕਰਨਾ ਚਾਹੀਦਾ, ਜਿਹਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਇੱਥੋਂ ਦੇ ਕਲਚਰ ਬਾਰੇ, ਸੱਭਿਆਚਾਰ ਬਾਰੇ, ਤਾਂ ਕਿ ਜੇ ਕਿਸੇ ਕੋਈ ਮੁਸੀਬਤ ਹੈ ਤਾਂ ਉਹਦੇ ਲਈ ਸਾਰੇ ਭਾਈਚਾਰੇ ਨੂੰ ਰਲ ਕੇ ਵੀ ਮਦਦ ਕਰਨੀ ਚਾਹੀਦੀ। ਜਿੱਦਾਂ ਇੱਥੇ ਸਰੀ ਦੇ ਵਿੱਚ ਇੱਕ ਗੁਰਦੁਆਰੇ ਚ ਜਿੱਦਾਂ ਵੀ ਫੈਸਲਾ ਕੀਤੇ ਜਾਂਦੇ ਜੇ ਉਹ 6 ਮਹੀਨੇ ਦਾ ਰਾਸ਼ਨ ਕਿਤੇ ਬੜੇ ਕੁੜੀਆਂ ਨੂੰ ਦਿੱਤਾ ਜਿਹੜੇ ਪੜ੍ਹਨ ਲਈ ਇੱਥੇ ਆਏ ਆ ਤੇ ਉਹ ਸਾਰੇ ਕੋ ਕੰਮ ਵੀ ਨਹੀਂ ਲੱਗਦਾ ਸੀ ਉਹਨਾਂ ਨੂੰ ਤੇ ਉਹ ਕਾਫੀ ਮੁਸ਼ਕਲ ਨਾਲ ਬਿਸਤਰੇ ਤੱਕ ਦਿੰਦੇ। ਚੰਗੀ ਗੱਲ। ਇਸ ਕਿਸਮ ਦਾ ਇੱਕ ਬੜੀ ਐਗਜ਼ਾਮਪਲ ਸੀ ਇਹ। ਉਹਦੇ ਨਾਲ ਕੀ ਹੁੰਦਾ ਕਿ ਗਲਤ ਪਾਸੇ ਜਾਣ ਤੋਂ ਰੋਕਣਗੇ। ਔਰ ਮਾਂ ਪਿਓ ਦੀ ਫੀਸ ਨੇ ਹੁੰਦੀ ਉਹ ਪਹਿਲਾਂ ਕਰਜ਼ਾ ਚੁੱਕ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਇੱਥੇ ਭੇਜਦੇ ਲੱਖਾਂ ਰੁਪਈਆ ਜਿਹੜਾ ਹੈਗਾ
ਹਾਂਜੀ ਪਰ ਨਾਲ ਦੇਖੋ ਕਿ ਜਿਸ ਵੇਲੇ ਕੋਈ ਏਦਾਂ ਦਾ ਕੰਮ ਕਰਦਾ ਤੇ ਇੱਕ ਤਰੀਕਾ ਇੱਥੇ ਇਹ ਆਮ ਤੌਰ ਤੇ ਕਹਿੰਦੇ ਆ ਕਿ ਇੱਕ ਸ਼ਾਰਟਕਟ ਮੈਥਡ ਪੈਸੇ ਕਮਾਉਣ। ਉਹ ਸ਼ਾਰਟਕਟ ਮੈਥਡ ਚੋਰੀਆਂ ਵੀ ਆ ਜਾਂਦੀਆਂ, ਠੱਗੀਆਂ ਵੀ ਆ ਜਾਂਦੀਆਂ, ਮਤਲਬ ਕਈ ਕੁਛ ਹੋਰ ਹੁੰਦਾ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਉਹਦੇ ਚ ਵੀ ਫਸਦੇ। ਤੇ ਇਹਦੇ ਨਾਲ ਜਿਹੜੀ ਇੰਨਾ ਪੈਸਾ ਇਕੱਠਾ ਕਰਕੇ ਆਪਾਂ ਗੁਰਦੁਆਰਿਆਂ ਦੇ ਉੱਤੇ ਲਾਉਂਦੇ ਆ, ਹੋਰ ਥਾਵਾਂ ਤੇ ਲਾਉਂਦੇ ਆ, ਲੰਗਰ ਲਾਉਂਦੇ ਆ, ਉਹਦੇ ਨਾਲ ਇਹ ਵੀ ਇੱਕ ਇਹੋ ਜਿਹੀ ਚੀਜ਼ ਸਮਝ ਲੈਣੀ ਚਾਹੀਦੀ ਆ ਤੇ ਕਿਵੇਂ ਮਤਲਬ ਉਹਨਾਂ ਨੂੰ ਸਪਸ਼ਟ ਕੀਤਾ ਜਾਏ। ਠੀਕ ਹੈ ਭੱਟੀ ਸਾਹਿਬ, ਮੈਂ ਹਾਂਜੀ ਅਖੀਰ ਤੇ ਖਬਰ ਬੜੀ ਜਿਹੜੀ ਭਾਵੁਕਤਾ ਵਾਲੀ ਅਸੀਂ ਕਈ ਦਿਨਾਂ ਤੋਂ ਇਹਦੇ ਤੇ ਡਿਸਕਸ ਵੀ ਕਰ ਰਹੇ ਹਾਂ, ਅਫਸੋਸ ਵੀ ਜ਼ਾਹਰ ਕਰ ਰਹੇ ਹਾਂ। ਲੰਡਨ ਅੰਟਾਰੀਓ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਸਿਰਫਿਰੇ ਗੋਰੇ ਨੇ ਆਪਣਾ ਪਿਕਅਪ ਟਰੱਕ ਜਿਹੜਾ ਸੀਗਾ ਇੱਕ ਪੈਦਲ ਜਾਂਦੀ ਫੈਮਿਲੀ ਦੇ ਉੱਤੇ ਚੜਾਤਾ। ਮੌਕੇ ਤੇ 4 ਜੀ ਘਰ ਦੇ ਜਿਹੜੇ ਸੀਗੇ ਉਹ ਮਾਰ ਦਿੱਤੇ। ਇੱਕ ਬੱਚਾ ਉਹਨਾਂ ਦਾ 9 ਸਾਲਾਂ ਦਾ 10 ਸਾਲਾਂ ਦਾ ਹਸਪੀਟਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਚਾਰੇ ਪਾਸਿਓਂ ਦੀ ਨਿੰਦਾ ਹੋਈ ਆ। ਤੁਸੀਂ ਵੀ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ। ਪਤਾ ਲੱਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਸ ਜਗ੍ਹਾ ਤੇ, ਜਿਸ ਜਗ੍ਹਾ ਤੇ ਘਟਨਾ ਵਾਪਰੀ ਆ, ਉੱਥੇ ਖੁਦ ਗਏ। ਉਹਨਾਂ ਦੇ ਨਾਲ ਅੰਟਾਰੀਓ ਦੇ ਜਿਹੜੇ ਮੁੱਖ ਮੰਤਰੀ ਆ ਪ੍ਰੋਵਿੰਸ ਦੇ, ਉਹ ਵੀ ਉੱਥੇ ਪਹੁੰਚੇ, ਡਗ ਫੋਰਡ। ਉਹਨਾਂ ਨੇ ਵੀ ਅਫਸੋਸ ਜ਼ਾਹਰ ਕੀਤਾ। ਇਹਦਾ ਕੀ ਇੰਪੈਕਟ ਲੱਗਦਾ ਤੁਹਾਨੂੰ, ਸੁਸਾਇਟੀ ਤੇ ਕੀ ਇੰਪੈਕਟ ਹੋਏਗਾ? ਸਰਕਾਰ ਦੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਵਾ ਇਹ ਕੀ ਇਹ ਕਿੱਧਰ ਨੂੰ ਲੈ ਕੇ ਜਾਣਗੀਆਂ? ਕੋਈ ਜਿਹੜੇ ਸਿਰਫਿਰੇ ਲੋਕ ਇਹੋ ਜਿਹੀਆਂ ਘਟਨਾਵਾਂ ਕਰਨ ਦੇ ਲਈ ਜ਼ਿੰਮੇਵਾਰ ਆ, ਉਹਨਾਂ ਨੂੰ ਕੋਈ ਅਕਲ ਉਕਲ ਆ ਜਾਊਗੀ ਕਿ ਕਿਵੇਂ ਲੱਗਦਾ? ਮਗਰ ਜੇ ਬਾਹਰ ਲੱਗਾ ਸੀਗਾ ਉੱਥੇ ਤੇ ਬੱਚਿਆਂ ਜਿਹੜੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਟੀਚਰ ਜਿਹੜੇ ਜਿਹੜੇ ਆ, ਤੇ ਇਹ ਇੱਕ ਦੂਸਰਾ ਇਹ ਹੋ ਗਿਆ ਕਿ ਇੱਕ ਲੜਕੇ ਨੇ ਵਾਈਟ ਜਿਹੜਾ ਸੀਗਾ ਗੋਰਾ ਉਹਨੇ ਮੁਸਲਿਮ ਬਰਾਦਰੀ ਦੀ ਇੱਕ ਗੱਡੀ ਦੇ ਉੱਤੇ ਆਪਣੇ ਪਿੱਠਾ ਜਿਹੜਾ ਸੀ ਲੜ ਦਿੱਤਾ, ਉਹ ਵਿਨੇ ਕਰ ਗਿਆ ਹੁੰਦਾ। ਤੇ ਉਹਦੇ ਨਾਲ ਕੋਈ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਔਰ ਇਹ ਜਿਹੜੇ ਮਤਲਬ ਪਰਿਵਾਰ ਦੇ ਸਾਰੇ ਜੀ ਜਿਹੜੇ ਉਹ ਮਾਰੇ ਗਏ ਆ। ਇਹਨਾਂ ਨੇ ਇੱਕ ਰੱਖਿਆ ਸੀ ਪ੍ਰੋਗਰਾਮ ਮਸਜਿਦ ਦੇ ਵਿੱਚ, ਉਹਦੇ ਵਿੱਚ ਕੈਂਡਲ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਸੀ। ਕੈਂਡਲ ਲਾਈਟ ਵਿਜ਼ਨ ਸ਼ੋ ਰੱਖਿਆ ਸੀ ਔਰ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਔਰ ਇੱਥੋਂ ਦੇ ਪ੍ਰੀਮੀਅਰ ਅੰਟਾਰੀਓ ਦੇ ਜਾਂ ਮੁੱਖ ਮੰਤਰੀ ਕਹਿੰਦੇ ਡਗ ਫੋਰਡ ਉਹ ਗਏ ਉੱਥੇ ਔਰ ਉੱਥੇ ਜਾ ਕੇ ਉਹਨਾਂ ਨੇ ਬਹੁਤ ਨਾਲ ਉਹਨਾਂ ਦੇ ਮੁੱਖ ਸ਼ਰੀਕ ਹੋਏ ਆ। ਉਹਨਾਂ ਨੇ ਗੱਲ ਕਹੀ ਆ ਕਿ ਇਹ ਗੱਲਾਂ ਇੱਥੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸਾਨੂੰ ਮਤਲਬ ਬਹੁਤ ਹੀ ਦੁੱਖ ਹੋਇਆ ਇਸ ਗੱਲ ਦੇ ਉੱਤੇ ਔਰ ਇਸ ਕਿਸਮ ਦੀ ਬੇਟੀ ਵਾਲੇ ਲੋਕ ਜਿਹੜੇ ਕਿ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਊਗਾ। ਉਹ ਕਿਹੜੀ ਨੀਅਤ ਦੇ ਨਾਲ ਆਏ, ਕਿਵੇਂ ਇਹ ਐਕਸੀਡੈਂਟ ਹੋਇਆ, ਇਹਦੇ ਬਾਰੇ ਪੂਰੀ ਖੋਜ ਹੋ ਰਹੀ ਹੈ ਤੇ ਇਹਦੇ ਤੇ ਜ਼ਰੂਰੀ ਆ ਕਿ ਫੈਸਲੇ ਜਿਹੜੇ ਹੈਗੇ ਆ ਉਹ ਕੀਤੇ ਜਾਣ। ਸਖਤ ਫੈਸਲੇ ਪਾਰਟੀ ਦਾ ਵੀ ਉਹਨੇ ਕਿਹਾ ਕਿ ਅੱਜ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਸਿਰਫ ਛੋਟੀ ਇਮਦਾਦੀ ਕਰਨ ਦਾ ਸਮਾਂ ਨੂੰ ਕਾਰਵਾਈ ਕਰੋ। ਬਿਲਕੁਲ, ਕਿਉਂਕਿ ਇਸ ਕਿਸਮ ਦੀ ਜਿਹੜੀ ਗੱਲ ਹੈ ਪਹਿਲਾਂ ਵੀ ਵਾਪਰੀ ਸੀ ਉੱਥੇ ਜਿਹਦੇ ਦੌਰਾਨ ਤੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋਰ ਨਾ ਵਾਪਰਨ, ਇਹਦੇ ਬਾਰੇ ਉਹਨਾਂ ਨੇ ਕਾਫੀ ਜਿਹੜੀ ਉਹ ਬਣ ਚੁੱਕੀ ਹੈ। ਠੀਕ ਹੈ ਭੱਟੀ ਸਾਹਿਬ, ਜਿਹੜਾ ਸੁਨੇਹਾ ਪ੍ਰਧਾਨ ਮੰਤਰੀ ਨੇ ਔਰ ਅੰਟਾਰੀਓ ਦੇ ਪ੍ਰੀਮੀਅਰ ਨੇ ਉੱਥੇ ਪਹੁੰਚ ਕੇ ਦਿੱਤਾ, ਮੈਂ ਇਹ ਤੁਹਾਡੇ ਕੋਲ ਸਵਾਲ ਕਰਦਾ ਜੀ ਵੀ ਇਹਦਾ ਆਮ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਤੇ ਜਿਹੜੇ ਸਿਰਫਿਰੇ ਆ ਉਹ ਇਸ ਗੱਲ ਨੂੰ ਕਿਵੇਂ ਲੈਣਗੇ? ਵੈਸੇ ਤਾਂ ਚੰਗੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਾਂਦਾ ਹੈ ਘਟਨਾ ਦੇ ਉੱਤੇ ਔਰ ਉੱਥੇ ਉਹਦਾ ਵਿਸ਼ਵਾਸ ਦਵਾਉਂਦਾ ਲੋਕਾਂ ਨੇ ਕਿ ਸਾਡੀ ਸਰਕਾਰ ਤੁਹਾਡੇ ਨਾਲ ਹੈ, ਅਸੀਂ ਇੱਦਾਂ ਦਾ ਕੁਛ ਨਹੀਂ ਹੋਊਗਾ ਕਿ ਇਹ ਬਹੁਤ ਜ਼ਰੂਰੀ ਹੈ। ਸਾਹਮਣੇ ਹੈ ਕਿ ਜਿਹੜੇ ਬਾਹਰ ਦੇਸ਼ਾਂ ਦੇ ਵਾਸਤੇ ਇੱਥੇ ਲੋਕ ਰਹਿ ਰਹੇ ਆ ਉਹਨਾਂ ਨੂੰ ਜ਼ਿਆਦਾ ਸਹਿਮ ਦੀ ਇਹ ਭਾਵਨਾ ਦਾ ਕਰਦੇ। ਹੁਣ ਤੁਸੀਂ ਦੇਖੋ ਕਿ ਕੈਨੇਡਾ ਇੱਕ ਇਹੋ ਜਿਹਾ ਦੇਸ਼ ਹੈ ਜਿਹਨੂੰ ਮਲਟੀ ਨੈਸ਼ਨਲ ਦੇਸ਼ ਕਹਿੰਦੇ ਆ। ਸਾਰੀ ਦੁਨੀਆ ਦੇ ਵਿੱਚ ਲੋਕ ਆ ਕੇ ਇੱਥੇ ਜਿਹੜੇ ਉਹ ਰਹਿ ਰਹੇ ਆ ਔਰ ਪੂਰੀ ਆਜ਼ਾਦੀ ਨਾਲ ਰਹਿ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਔਰ ਇਹਦੇ ਵਿੱਚ ਜਿਹੜੀ
ਵੀਡੀਓ ਦਿੱਤੀ ਹੈ ਕੁਝ ਲੋਕ ਹੈਗੇ ਉਹ ਇਦਾਂ ਦੇ ਕਾਰਨਾਮੇ ਕਰਦੇ ਜਿਹਨਾਂ ਨੂੰ ਸਾਡੇ ਤੋਂ ਸਜ਼ਾ ਵੀ ਦੇਣੀਆਂ ਚਾਹੀਦੀਆਂ ਔਰ ਇਹਨਾਂ ਨੂੰ ਇਦਾਂ ਦੇ ਕਾਰਨਾਮੇ ਕਰਨ ਤੋਂ ਪਹਿਲਾਂ ਹੀ ਵਾਚ ਜ਼ਰੂਰ ਕਰਨਾ ਚਾਹੀਦਾ। ਠੀਕ ਇਹ ਜਿਹੜੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਇੰਨੀਆਂ ਮਤਲਬ ਜਿੰਨੀਆਂ ਟੇਮ ਕਰਾ ਰਹੇ ਨੇ ਇਸ ਚੀਜ਼ ਨੂੰ ਪਤਾ ਲੱਗਾ ਵੀ ਇਹਦੇ ਜੇ ਘਟਨਾ ਵਾਪਰੀ ਗਈ ਹੈ ਫਿਰ ਆਪਾਂ ਦੇਖਾਂਗੇ ਤੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਇਹ ਬਹੁਤ ਹੀ ਜ਼ਰੂਰੀ ਗੱਲ ਹੈ। ਬਹੁਤ ਬਹੁਤ ਮਿਹਰਬਾਨੀ ਭੱਟੀ ਸਾਹਿਬ। ਇਹ ਪ੍ਰੋਗਰਾਮ ਜਿਵੇਂ ਕਿ ਮੈਂ ਸਾਰੇ ਸਰੋਤਿਆਂ ਨੂੰ ਪਹਿਲਾਂ ਵੀ ਹਰ ਰੋਜ਼ ਤੁਹਾਨੂੰ ਦੱਸਦਾ ਕਿ ਕੁਝ ਜ਼ਰੂਰੀ ਕਾਰਨਾਂ ਕਰਕੇ ਔਰ ਬਹੁਤ ਸਾਰੇ ਲੋਕਾਂ ਦੀ ਸਲਾਹ ਦੇ ਉੱਤੇ ਬਹੁਤ ਸਾਡੇ ਦਰਸ਼ਕਾਂ ਦੇ ਵੱਲੋਂ ਦਿੱਤੀ ਫੀਡਬੈਕ ਦੇ ਉੱਤੇ ਅਸੀਂ ਇਹ ਫੈਸਲਾ ਕੀਤਾ ਸੀ ਕਿ ਇਹ ਪ੍ਰੋਗਰਾਮ ਨਿਊਜ਼ ਐਂਡ ਰਿਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ ਹਰ ਰੋਜ਼ ਵਿਨੀਪੈਗ ਟਾਈਮ ਸ਼ਾਮੀ 7 ਵਜੇ, ਅੰਟਾਰੀਓ ਟਾਈਮ ਸ਼ਾਮੀ 8 ਵਜੇ, BC ਟਾਈਮ ਸ਼ਾਮੀ 5 ਵਜੇ ਔਰ ਭਾਰਤ ਵਿੱਚ ਤੜਕਸਾਰ ਅਗਲੇ ਦਿਨ ਦੀ ਤੜਕਸਾਰ ਤਕਰੀਬਨ 5:30 ਵਜੇ ਇਹ ਪ੍ਰੋਗਰਾਮ ਹੁੰਦਾ। ਬੜਾ ਵਧੀਆ ਹੁੰਗਾਰਾ ਮਿਲ ਰਿਹਾ ਔਰ ਟਾਈਮ ਜਿਹੜਾ ਬੜਾ ਸਾਰਿਆਂ ਨੂੰ ਸੂਟ ਕੀਤਾ ਹੈਗਾ। ਇਸ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਤੁਹਾਡੇ ਵਿਚਾਰਾਂ ਦੀ, ਤੁਹਾਡੇ ਕਮੈਂਟਸ ਦੀ ਸਾਨੂੰ ਉਡੀਕ ਰਹੇਗੀ। ਭੱਟੀ ਸਾਹਿਬ ਬਹੁਤ ਬਹੁਤ ਮਿਹਰਬਾਨੀ। ਕੱਲ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਦੇ ਜੀ। ਥੈਂਕ ਯੂ ਵੈਰੀ ਮਚ। ਓਕੇ ਜੀ, ਬਹੁਤ ਮਿਹਰਬਾਨੀ ਤੁਹਾਡੇ ਵੀ। ਸ਼ੁਕਰੀਆ ਸਾਰੇ ਸਰੋਤਿਆਂ ਦਾ। ਥੈਂਕ ਯੂ।